है चमकौर साहब, श्री आनंदपुर साहब ये सीटां BSP ਨੂੰ ਦੇਤੀਆਂ। ਰਵਨੀਤ ਬਿੱਟੂ ਜੀ ਨੇ ਜਿਨ੍ਹਾਂ ਨੇ ਦਲਿਤ ਵਿਰੋਧੀ ਐਡਾ ਵੱਡਾ ਬਿਆਨ ਦਿੱਤਾ, ਸਿੱਖ ਵਿਰੋਧੀ ਐਡਾ ਵੱਡਾ ਬਿਆਨ ਦਿੱਤਾ, ਉਹਨਾਂ ਨੂੰ ਤੁਰੰਤ ਕਾਂਗਰਸ ਚੋਂ ਐਕਸਪੈਲ ਕੀਤਾ ਜਾਣਾ ਚਾਹੀਦਾ। ਉਹਨੂੰ ਕਾਰਨ ਦੱਸੋ, ਨੋਟਿਸ ਕੱਢੇ ਜਾਣੇ ਚਾਹੀਦੇ ਆ। ਉਹਦੇ ਉੱਤੇ SC/ST ਐਕਟ ਦਾ ਪਰਚਾ ਲੱਗਣਾ ਚਾਹੀਦਾ ਆ। ਉਹਦੇ ਤੇ ਸਿੱਖ ਸੈਂਟੀਮੈਂਟ ਨੂੰ ਗਲਤ ਤਰੀਕੇ ਨਾਲ ਪਵਿੱਤਰ ਹਰਵੰਤ, ਪਵਿੱਤਰ ਸ਼੍ਰੀ ਚਮਕੌਰ ਸਾਹਿਬ, ਪਵਿੱਤਰ ਸ਼੍ਰੀ ਅਨੰਦਪੁਰ ਸਾਹਿਬ, ਸਿੱਖ ਸੈਂਟੀਮੈਂਟਸ ਦੇ ਨਾਲ ਖੇਡਣ ਦਾ ਪਰਚਾ ਇਹਨਾਂ ਧਾਰਮਿਕ ਮਾਣਹਾਨੀ ਦਾ ਹੋਣਾ ਚਾਹੀਦਾ ਆ। ਕਾਂਗਰਸ ਦੀ ਜਾਤੀਵਾਦੀ ਸੋਚ ਪੰਜਾਬ ਦੇ ਸਾਰਿਆਂ ਨੂੰ ਦੇ ਗਈ, ਅੰਨਿਆਂ ਬੋਲਿਆਂ ਨੂੰ ਵੀ ਦੇ ਗਈ। ਇਹ ਪਵਿੱਤਰ ਸੀਟਾਂ ਦੇਤੀਆਂ, ਇਹਦਾ ਮਤਲਬ ਜੇ ਪਵਿੱਤਰ ਸੀਟਾਂ ਕਿਹਨਾਂ ਨੂੰ ਦੇਤੀਆਂ? BSP ਵਾਲਿਆਂ ਨੂੰ। ਇਹਦਾ ਮਤਲਬ BSP ਵਾਲੇ ਇਹ ਕਹਿਣਾ ਚਾਹੁੰਦੇ ਆ ਕਾਂਗਰਸੀ ਕਿ ਬਸਪਾ ਵਾਲੇ ਪਵਿੱਤਰ ਹੈ। ਇਹ ਕਾਂਗਰਸੀ ਇੱਦਾਂ ਕਹਿਣੇ ਚਾਹੁੰਦੇ ਆ। ਬਹੁਜਨ ਸਮਾਜ ਜਿਹੜੀ ਆ ਇਹ ਜਿੱਥੇ ਬਾਬਾ ਸਾਹਿਬ ਅੰਬੇਡਕਰ ਦਾ ਭਾਰਤ ਦੇ ਸੰਵਿਧਾਨ ਨੂੰ ਆਪਣਾ ਆਦਰਸ਼ ਮੰਨਦੀ ਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣਾ ਆਦਰਸ਼ ਮੰਨਦੀ ਆ। ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ, ਪੰਜਾਬ ਦਾ ਜਿਹੜਾ ਕਲਚਰ ਹੈ, ਉਹ ਤਾਂ ਇਹ ਕਹਿੰਦਾ ਮਾਨਸ ਕੀ ਜਾਤੀ ਸਭਾ ਏਕੇ ਪਹਿਚਾਣ ਦੇ। ਸਾਨੂੰ ਤਾਂ ਗੁਰੂਆਂ ਨੇ ਇਹੀ ਸਿਖਾਇਆ। ਪਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਬਿੱਟੂ ਜੀ ਉੱਥੋਂ ਮੈਂਬਰ ਪਾਰਲੀਮੈਂਟ ਰਹੇ ਆ, ਲੇਕਿਨ ਗੁਰੂਆਂ ਦੀ ਬਾਣੀ ਦੇ ਨੇੜਿਓਂ ਨਹੀਂ ਲੰਘੇ। ਔਰ ਮੈਨੂੰ ਲੱਗਦਾ ਨੇੜਿਓਂ ਨਾ ਲੰਘ ਕੇ ਮਾਨਯੋਗ ਬਿੱਟੂ ਸਾਹਿਬ ਨੇ ਆਪਣੀ ਖਾਨਦਾਨੀ ਰਵਾਇਤ ਕਾਇਮ ਰੱਖੀ ਆ, ਜਿਹੜੀ ਸਰਦਾਰ ਬੇਅੰਤ ਸਿੰਘ ਨੇ ਚਲਾਈ ਸੀ ਪੰਜਾਬ 'ਚ, ਸਿੱਖੀਜ਼ਮ ਦਾ ਪੰਥ ਦਾ ਘਾਣ ਕਰਨ ਦੀ। ਔਰ ਪੂਰੇ ਪੰਜਾਬ 'ਚ ਇਹਨਾਂ ਦੇ ਖਿਲਾਫ ਫਾਈਲ ਕਰਾਵਾਂਗੇ। ਸੈਕੰਡਲੀ ਜਿਹੜਾ ਇਹਨਾਂ ਨੇ 200-300 ਕਰੋੜ ਦਾ ਇਲਜ਼ਾਮ ਲਗਾਇਆ, ਉਹਦਾ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਮਾਣਹਾਨੀ ਨੋਟਿਸ ਜਿਹੜਾ ਆ ਉਹ ਜਾਰੀ ਇਹਨਾਂ ਨੂੰ ਕਰ ਦਿਆਂਗੇ। ਕੱਲ੍ਹ ਮੀਡੀਆ 'ਚ ਵੀ ਆ ਜਾਏਗਾ। ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਹਾਸ਼ੀਏ ਤੇ ਪਈਆਂ ਸੀ। ਅੱਜ ਇਹਨਾਂ ਸਾਰੀਆਂ ਪਾਰਟੀਆਂ ਨੂੰ ਹਾਸ਼ੀਏ ਤੇ ਧੱਕਤਾ। ਬਹੁਜਨ ਸਮਾਜ ਪਾਰਟੀ ਦੋਹਾਂ ਪਾਰਟੀਆਂ ਨੂੰ ਕੁਚਲਣ ਲਈ ਹਮੇਸ਼ਾ ਖੇਤਰੀ ਪਾਰਟੀਆਂ ਨੂੰ ਨਾਲ ਲੈਂਦੀ ਆ। ਹਮੇਸ਼ਾ ਸਾਡੀ ਹਿੱਡਨ ਦੇ ਵਿੱਚ ਜਿਹੜੀ ਭਾਵਨਾ ਰਹਿੰਦੀ ਉਹ ਇਹੀ ਰਹਿੰਦੀ ਆ ਕਿ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਇਹ ਜਾਤੀਵਾਦੀ ਸੋਚ ਵਾਲੀਆਂ ਪਾਰਟੀਆਂ, ਇਹਨਾਂ ਨੂੰ ਹਰ ਤਰੀਕੇ ਨਾਲ ਕੁਚਲਿਆ ਜਾਣਾ ਚਾਹੀਦਾ, ਕਿਸੇ ਨਾਲ ਵੀ ਆਣਾ ਜਾਣਾ ਪੈ ਜਾਏ। ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਆ, ਅਸੀਂ ਆਮ ਲੋਕਾਂ ਨੂੰ ਟਿਕਟ ਦੇਵਾਂਗੇ, ਤੇ ਸਾਰੇ ਚਿਹਰੇ ਪੋਲੀਟੀਕਲ ਪਰਿਵਾਰਾਂ ਚੋਂ ਦਿੱਤੇ ਸੀ ਇਹਨਾਂ ਨੇ। ਔਰ ਸਾਰਿਆਂ ਕੋਲੋਂ 2-2 4-4 ਕਰੋੜ ਇਹਨਾਂ ਨੇ ਫੰਡ ਮੰਗਿਆ ਸੀ। ਮੇਰੇ ਕੋਲ ਸਬੂਤ ਪਏ ਆ, ਜਦੋਂ ਚਾਹੀਦੇ ਹੁਣ ਮੈਂ ਆਮ ਆਦਮੀ ਪਾਰਟੀ ਦੇ ਨਸ਼ਰ ਕਰ ਦਿਆਂ। ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਪੋਲੀਟਿਕਸ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਕਿਸੇ ਨਾ ਕਿਸੇ ਰਾਜਨੀਤਿਕ ਸ਼ਖਸੀਅਤ ਦੇ ਨਾਲ, ਤੇ ਕੋਸ਼ਿਸ਼ ਵੀ ਇਹ ਹੁੰਦੀ ਹੈ ਕਿ ਜਿਹੜਾ ਵੀ ਇਸ ਵਕਤ ਮੁੱਦਾ ਮਸਲਾ ਗਰਮ ਹੋਵੇ, ਕਿਉਂ ਨਾ ਉਹਦੇ ਨਾਲ ਹੀ ਸੰਬੰਧਿਤ ਕੋਈ ਨਾ ਕੋਈ ਸ਼ਖਸੀਅਤ ਆਪਣੇ ਨਾਲ ਹੋਵੇ। ਤੇ ਇਸ ਵਕਤ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਪਾਰਟੀ ਤੇ ਹਰੇਕ ਦੀ ਨਿਗਾਹ ਹੈ ਉਹ ਹੈ ਬਹੁਜਨ ਸਮਾਜ ਪਾਰਟੀ ਯਾਨੀ ਬਸਪਾ, ਤੇ ਉਹਦੇ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਹੋਰੀ ਇਸ ਵਕਤ ਆਪਣੇ ਨਾਲ ਨੇ। ਆਪਣਾ ਦਾ ਸਵਾਗਤ ਕਰਦੇ ਹਾਂ। ਸਰਦਾਰ ਜਸਬੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ ਪ੍ਰਾਈਮ ਏਸ਼ੀਆ ਤੇ ਤੁਹਾਡਾ। ਪ੍ਰਾਈਮ ਏਸ਼ੀਆ ਪਰਿਵਾਰ ਨੂੰ ਔਰ ਸੰਧਾ ਵਾਲੀਆ ਜੀ, ਤੁਹਾਨੂੰ ਸੁਣਨ ਵਾਲੇ ਸਾਰਿਆਂ ਨੂੰ ਗੁਰਫਤਿਹ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਸਬੀਰ ਸਿੰਘ ਜੀ, ਪਹਿਲੀ ਗੱਲ ਤੇ ਬੜਾ ਧੰਨਵਾਦ ਤੁਹਾਡਾ ਕਿ ਤੁਸੀਂ ਸਮਾਂ ਕੱਢਿਆ, ਕਿਉਂਕਿ ਅੱਜ ਕੱਲ੍ਹ ਯਾਰੀ ਤੁਹਾਡੀ ਵੱਡਿਆਂ ਨਾਲ ਲੱਗ ਗਈ ਹੈ, ਇਸ ਕਰਕੇ ਸਮਾਂ ਘੱਟ ਆ। ਪਰ ਫਿਰ ਵੀ ਚਲੋ ਇਹਨਾਂ ਸਾਰੀਆਂ ਗੱਲਾਂ ਤੇ ਆਉਣ ਤੋਂ ਪਹਿਲਾਂ ਮੈਂ ਜ਼ਰੂਰ ਚਾਹੂੰਗਾ ਕਿ ਸਰਦਾਰ ਜਸਬੀਰ ਸਿੰਘ ਗੜੀ ਹੋਰੀ ਆਪਣੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸਣ, ਕਿਉਂਕਿ ਜਿੰਨਾ ਕੁ ਮੇਰੇ ਸੁਣਨ 'ਚ ਆਇਆ ਕਿ ਤੁਸੀਂ ਨੌਕਰੀ ਵੀ ਕੀਤੀ ਹੈ ਸਰਕਾਰੀ ਕੋਈ 18 ਸਾਲ ਤੋਂ ਵੱਧ, ਉਹ ਸਾਰਾ ਕੁਛ ਐਡਾ ਵਧੀਆ ਚੱਲਦਾ ਛੱਡ ਕੇ ਤੇ ਫਿਰ ਸਿਆਸਤ ਵਾਲੇ ਪਾਸੇ ਕਿਵੇਂ ਜੀ ਮੋੜਾ ਕੱਟ ਲਿਆ? ਸੰਧਾ ਵਾਲੀਆ ਜੀ, ਜਿਹੜਾ ਪੰਜਾਬ ਹੈਗਾ, ਪੰਜਾਬ ਦੇ ਵਿੱਚ ਜੋ ਆਪਾਂ ਦੇਖ ਰਹੇ ਹਾਂ, ਇਹ ਸਾਰਾ ਕੁਛ ਹੀ ਰਾਜਨੀਤੀ ਵਿਗਾੜੂਗੀ ਤੇ ਰਾਜਨੀਤੀ ਹੀ ਸਵਾਰੂਗੀ। ਇਹਨਾਂ ਹਾਲਾਤਾਂ ਦੇ ਵਿੱਚ 18 ਸਾਲ 5 ਮਹੀਨੇ ਮੈਂ ਪਸ਼ੂ ਪਾਲਣ ਵਿਭਾਗ 'ਚ ਬਤੌਰ ਵੈਟਰਨਰੀ ਇੰਸਪੈਕਟਰ ਸਰਕਾਰੀ ਨੌਕਰੀ ਕੀਤੀ ਆ। 1 ਸਾਲ 1.5 ਸਾਲ ਰਹਿੰਦਾ ਸੀ, ਜੇ ਉਹ ਲੈ ਲੈਂਦੇ ਤਾਂ ਵਲੰਟਰਲੀ ਪੈਨਸ਼ਨ ਦਾ ਮੈਂ ਅਧਿਕਾਰੀ ਹੋ ਜਾਣਾ ਸੀ। ਔਰ 18 ਸਾਲ 7 ਮਹੀਨੇ ਦੀ ਨੌਕਰੀ ਮੇਰੀ ਹਲੇ ਬਚਦੀ ਸੀ। 2037 'ਚ ਰਿਟਾਇਰਮੈਂਟ ਹੋਣੀ ਸੀ ਜਾ ਕੇ। ਲੇਕਿਨ ਮੈਂ ਪਿਛਲੇ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਮੁਲਾਜ਼ਮ ਵਿੰਗ ਹੈ, ਜਿਹਨੂੰ ਬਾਮਸੇਫ ਕਹਿੰਦੇ ਆ, ਸਨ 2000 ਤੋਂ ਆਪਣੀ ਉਮਰ ਦੇ ਮੈਂ 20ਵੇਂ ਸਾਲ ਦੇ ਪੜਾਅ ਦੇ ਵਿੱਚ ਉੱਥੇ ਜੁੜਿਆ ਹੋਇਆ ਸੀ। ਔਰ ਜੀਵਨ ਭਰ ਮੈਂ ਉੱਥੇ ਹੀ ਜੁੜਿਆ ਰਿਹਾ। ਔਰ ਸਾਹਿਬ ਕਾਂਸ਼ੀ ਰਾਮ ਜੀ ਨਾਲ 2.5 ਸਾਲ ਮੈਂ ਉਹਨਾਂ ਦਾ ਵਰਕ ਸਟਾਈਲ ਉਹਨਾਂ ਦੇ ਅੰਡਰ ਬੜਾ ਨਜ਼ਦੀਕੀ ਤੋਂ ਦੇਖਿਆ। 2003 ਤੋਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਵਿੰਗ ਨੂੰ ਦੇਖਦਾ ਸੀ। ਫਿਰ ਸਮਾਂ ਇੱਦਾਂ ਕਰਦੇ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਇੱਥੇ ਪਹੁੰਚ ਗਏ।
ਅੱਛਾ ਜੀ, ਇਹ ਸ਼ੁਰੂ ਤੋਂ ਜਿੱਦਾਂ ਤੁਸੀਂ ਆਪਾਂ ਇਹ ਗੱਲ ਕਰੀਏ ਕਿ ਮੁਲਾਜ਼ਮ ਜਥੇਬੰਦੀ ਦੇ ਨਾਲ ਜੁੜੇ ਸੀ ਤੇ ਸਿਆਸਤ ਦੇ ਨਾਲ ਵੀ ਜੁੜੇ ਸੀ, ਇੰਨਾ ਲੰਮਾ ਸਮਾਂ ਜਿੱਦਾਂ ਤੁਸੀਂ ਨੇੜਿਓਂ ਦੇਖਿਆ ਪੰਜਾਬ ਦੀ ਸਿਆਸਤ ਨੂੰ, ਹੁਣ ਗੱਲ ਇਹ ਆ ਕਿ ਜਦੋਂ ਆਪਾਂ ਪੰਜਾਬ ਦੀ ਸਿਆਸਤ ਨੂੰ ਦੇਖਦੇ ਹਾਂ ਤੇ ਉਸ ਤੋਂ ਬਾਅਦ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਦੇਖਦੇ ਹਾਂ ਨਾ, ਤਾਂ ਉਹ ਕਾਗਜ਼ ਤੇ ਲੀਕ ਮਾਰ ਲੈਂਦੇ ਆ, ਲੀਕ ਮਾਰ ਕੇ ਉਹਦੇ ਚੋਂ ਥੋੜ੍ਹੀ ਜਿਹੀ ਪਾਪੂਲੇਸ਼ਨ ਪਾਸੇ ਕਰ ਦਿੰਦੇ ਆ ਤੇ ਥੋੜ੍ਹੀ ਜਿਹੀ ਪਾਸੇ ਕਰ ਲੈਂਦੇ ਆ। ਇਹਨਾਂ ਦਾ ਨਾਂ ਹੁਣ ਤੁਸੀਂ ਆਪ ਦੱਸ ਦਿਓ। ਫਿਰ ਉਹ ਉਹਨਾਂ ਦੇ ਵਿੱਚ ਕੈਲਕੂਲੇਸ਼ਨ ਕਰਦੇ ਵੀ ਅੱਛਾ ਇੰਨੇ % ਤਾਂ ਭਾਈ ਸਾਹਿਬ ਪੰਜਾਬ ਦੇ ਵਿੱਚ ਇਹ ਭਾਈਚਾਰਾ ਤੇ ਇਹਦੇ ਚੋਂ ਆਪਣੀਆਂ ਵੋਟਾਂ ਨਿਕਲਣੀਆਂ ਨੇ। ਇੰਨੇ ਸਾਲ ਤੁਸੀਂ ਉਹਨਾਂ ਨੂੰ, ਲੋਕਾਂ ਨੂੰ ਇਹ ਦੇਖਿਆ ਵੀ ਉਹ ਸਾਰਾ ਕੁਝ ਕਰਦੇ ਨੇ, ਪਰ ਤੁਹਾਡੀ ਪਾਰਟੀ ਕਿਉਂਕਿ ਉਹਨਾਂ ਦੀ ਨੁਮਾਇੰਦਾ ਜਮਾਤ ਹੈ ਕਿ ਵੀ ਅਸੀਂ ਉਹ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਨੂੰ ਉੱਪਰ ਚੁੱਕਣਾ। ਇੰਨੇ ਸਾਲਾਂ ਦਾ ਤਜਰਬਾ ਕੀ ਕਹਿੰਦਾ ਵੀ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਇਸ ਵਕਤ ਉਸ ਭਾਈਚਾਰੇ ਦੇ ਜੀ? ਦੇਖੋ, ਬਹੁਜਨ ਸਮਾਜ ਪਾਰਟੀ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਨੇ 1984 ਵਿੱਚ, ਅੱਜ ਤੋਂ 37 ਸਾਲ ਪਹਿਲਾਂ ਬਣਾਈ, ਤਾਂ ਇਹਦਾ ਜਿਹੜਾ ਆਧਾਰ ਰੱਖਿਆ ਉਹ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਵੋਟ ਜਿਹੜਾ ਰੱਖਿਆ, ਬੈਕਵਰਡ OBC ਭਾਈਚਾਰਾ ਰੱਖਿਆ, ਔਰ ਮਾਈਨੋਰਟੀ ਜਿਹਨੂੰ ਸਿੱਖ, ਮੁਸਲਿਮ, ਕ੍ਰਿਸਚੀਅਨ, ਬੋਧੀ, ਜੈਨੀ, ਇਹਨੂੰ ਬਹੁਜਨ ਸਮਾਜ ਕਹਿੰਦੇ ਆ। ਇਹ ਸਾਰੇ 4-5 ਟੁਕੜਿਆਂ ਨੂੰ ਮਿਲਾ ਕੇ। ਔਰ ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਕਿ ਚਾਹੇ ਦਲਿਤ ਹੈ ਜਿਹਨੂੰ ਅਨੁਸੂਚਿਤ ਜਾਤੀਆਂ ਕਹਿੰਦੇ ਆ, ਚਾਹੇ ਸ਼ਡਿਊਲ ਟਰਾਈਬ ਹੈ, ਚਾਹੇ OBC ਪਛੜੀਆਂ ਸ਼੍ਰੇਣੀਆਂ ਆ, ਚਾਹੇ ਮਾਈਨੋਰਟੀ ਆ, ਇਹਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਮਨੂਵਾਦੀ ਜਾਤੀਵਾਦੀ ਵਿਵਸਥਾ ਦੇ ਤਹਿਤ ਕਿਸੇ ਨਾ ਕਿਸੇ ਰੂਪ 'ਚ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ, ਕਿਸੇ ਨੂੰ ਵੱਧ ਕਿਸੇ ਨੂੰ ਘੱਟ। ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਜਿਹਨੂੰ ਸ਼ਿਕਾਰ ਹੋਣਾ ਪਿਆ ਉਹ ਸ਼ਡਿਊਲ ਕਾਸਟ, ਜਿਹਨੂੰ ਅੱਜ ਭਾਈਚਾਰਾ ਕਹਿੰਦੇ ਆ। ਕਿਸੇ ਜ਼ਮਾਨੇ 'ਚ ਛੂਤ ਕਿਹਾ ਜਾਂਦਾ ਸੀ, ਅਨਟੱਚੇਬਲ ਕਿਹਾ ਜਾਂਦਾ ਸੀ, ਅਪਵਿੱਤਰ ਕਿਹਾ ਜਾਂਦਾ ਸੀ। ਔਰ ਬੈਕਵਰਡ OBC ਭਾਈਚਾਰਾ, ਜਿਹਦੇ ਵਿੱਚ ਜੱਟ, ਚੋਰ, ਨਾਈ, ਸ਼ਿੰਬਾ ਇਹੋ ਜਿਹੇ ਭਾਈਚਾਰੇ ਆਉਂਦੇ ਆ, ਜਿਹਨੂੰ ਬੈਕਵਰਡ ਕਲਾਸ, ਇਹਨਾਂ 'ਤੇ ਘੱਟ ਅਤਿਆਚਾਰ ਹੋਇਆ। ਇਸੇ ਤਰ੍ਹਾਂ ਮਾਈਨੋਰਟੀ ਆ, ਸਿੱਖ ਹੈ, ਮੁਸਲਮਾਨ ਹੈ, ਕ੍ਰਿਸਚੀਅਨ ਹੈ, ਉਹਨਾਂ ਦਾ ਇਸ ਦੇਸ਼ 'ਚ ਹੋਰ ਵੀ ਘੱਟ ਅਤਿਆਚਾਰ ਹੋਇਆ। ਤਾਂ ਇਹ ਬਹੁਜਨ ਸਮਾਜ ਪਾਰਟੀ ਅਤਿਆਚਾਰ ਦੇ ਸ਼ਿਕਾਰ ਸਾਰੀਆਂ ਜਾਤਾਂ, ਸਾਰੇ ਧਰਮਾਂ ਦੀ ਬਣਾਈ ਹੋਈ, ਉਹਨਾਂ ਨੂੰ ਇਕੱਠੇ ਕਰਨ ਦੀ ਪਾਰਟੀ ਆ। ਔਰ ਪੰਜਾਬ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਆ ਜਾਂ ਮਾਈਨੋਰਟੀ ਆ, ਇਹ ਪੰਜਾਬ ਵਿਲੱਖਣ ਸੂਬਾ ਆ। ਪੂਰੇ ਭਾਰਤ ਦੇ ਜਿੰਨੇ ਵੀ ਸੂਬੇ 30-35 ਦੇ ਕਰੀਬ ਹੈਗੇ ਜੂਟੀਆਂ ਪਾ ਕੇ, ਕਿਉਂਕਿ ਪੰਜਾਬ ਦੇ ਵਿੱਚ ਮਾਈਨੋਰਟੀ ਜਿਹੜਾ ਸਭ ਤੋਂ ਵੱਡਾ ਸਿੱਖ ਹੈ ਔਰ ਉਹਦੇ ਨਾਲ 1.5-2% ਮੁਸਲਿਮ ਹੈ, ਤਾਂ ਇਹ ਮਾਈਨੋਰਟੀ ਮਿਲ ਕੇ 60% ਹੋ ਜਾਂਦੀ ਆ। 58% ਸਿੱਖ ਹੈ। ਔਰ ਇਸੇ ਤਰ੍ਹਾਂ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਆ ਉਹ 2011 'ਚ ਲਗਭਗ 32% ਸੀ, ਜਿਹੜਾ ਹੁਣ 2021 ਦੀ ਜਿਹੜੀ ਮਰਦਮਸ਼ੁਮਾਰੀ ਆਣੀ, ਇੱਦਾਂ ਉਮੀਦ ਕਰਦੇ ਆ 35 ਤੋਂ 38% ਨੂੰ ਟੱਚ ਕਰੇਗਾ। ਲੇਕਿਨ ਦੋਹਾਂ ਭਾਈਚਾਰਿਆਂ ਦੇ ਉੱਤੇ ਆਜ਼ਾਦੀ ਦੇ 74 ਸਾਲਾਂ 'ਚ ਭਾਰਤ ਦੀਆਂ ਸਰਕਾਰਾਂ ਨੇ ਇੱਕ ਭਾਈਚਾਰੇ ਦੇ ਉੱਤੇ ਤਾਂ ਟੈਂਕ ਚਾੜ੍ਹਤੇ, ਤੋਪਾਂ ਚਾੜ੍ਹਤੀਆਂ। ਇੱਕ ਭਾਈਚਾਰੇ ਨੂੰ, ਜਿਹਨੂੰ ਸਿੱਖ ਭਾਈਚਾਰਾ ਕਹਿੰਦੇ ਆ, 1984 ਤੋਂ ਬਾਅਦ 1994 ਤੱਕ ਲਗਾਤਾਰ 10 ਸਾਲ ਘਾਣ ਕੀਤਾ ਗਿਆ, ਘੋਟਣਿਆਂ ਦੇ ਨਾਲ, ਪਟਿਆਂ ਦੇ ਨਾਲ, AK-47 ਦੇ ਨਾਲ। ਧੀਆਂ ਭੈਣਾਂ ਲੱਖਾਂ ਬੇਪਤ ਹੋਈਆਂ, ਲੱਖਾਂ ਨੌਜਵਾਨ ਪਲਾਇਨ ਕਰ ਗਏ ਪੰਜਾਬ ਦੀ ਧਰਤੀ ਛੱਡ ਕੇ, ਵਿਦੇਸ਼ਾਂ ਵਿੱਚ ਸ਼ਰਨਾਂ ਲੈਣ ਨੂੰ ਕਾਲੀਆਂ ਸੂਚੀਆਂ ਵਿੱਚ ਦਰਜ ਹੋ ਗਏ। ਔਰ ਲੱਖਾਂ ਅਣਪਛਾਤੀਆਂ ਲਾਸ਼ਾਂ ਬਣ ਗਏ, ਜਿਹਦੇ 'ਚੋਂ ਮਾਤਰ 2-3 ਜ਼ਿਲ੍ਹਿਆਂ ਦੀ ਉਹ ਪੰਜਾਬੀ ਭਾਈਚਾਰਾ, ਜਿਹਨੂੰ ਮਾਈਨੋਰਟੀ ਸਿੱਖ ਭਾਈਚਾਰਾ ਕਹਿੰਦੇ, 30,000 ਲਾਸ਼ਾਂ ਖਾਲੜਾ ਮਿਸ਼ਨ ਦੇ ਵਿੱਚ ਉਹ ਸਾਡੇ ਸਾਹਮਣੇ ਆਉਣੀਆਂ। ਔਰ ਇਹਨਾਂ 'ਤੇ ਵੀ ਸਿੱਖ, ਜਿੱਥੇ ਮਾਈਨੋਰਟੀ ਤੇ ਪੰਜਾਬ ਦੀ ਸਿੱਖੀਜ਼ਮ 'ਤੇ ਜ਼ੁਲਮ ਅਤਿਆਚਾਰ ਹੋਇਆ, ਉੱਥੇ ਜਿਹੜਾ ਦੇਸ਼ ਦੀ ਜਾਤੀਵਾਦੀ ਵਿਵਸਥਾ ਦੇ ਤਹਿਤ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਆ, ਉਹਦੇ 'ਤੇ ਵੀ ਹਜ਼ਾਰਾਂ ਸਾਲਾਂ ਤੋਂ, ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ, ਸੋਸ਼ੋਲੋਜੀ ਪੜ੍ਹਦੇ ਹਾਂ, ਹਜ਼ਾਰਾਂ ਸਾਲਾਂ ਤੋਂ ਜ਼ੁਲਮ ਅਤਿਆਚਾਰ ਹੋਇਆ। ਤਾਂ ਬਹੁਜਨ ਸਮਾਜ ਪਾਰਟੀ ਦੇ ਆਜ਼ਾਦੀ ਦੇ 74 ਸਾਲਾਂ 'ਚ ਇਹ ਕਹਿਣਾ ਚਾਹੁੰਦੀ ਆ, ਚੱਜ ਨਾਲ ਇਨਸਾਫ ਆਜ਼ਾਦੀ ਦੇ 74 ਸਾਲਾਂ 'ਚ ਪੰਜਾਬ ਦੇ ਵਿੱਚ ਨਾ ਸ਼ਡਿਊਲ ਕਾਸਟ ਪਛੜੀਆਂ ਸ਼੍ਰੇਣੀਆਂ ਇਹਨਾਂ ਨੂੰ ਮਿਲਿਆ, ਨਾ ਸਿੱਖ ਭਾਈਚਾਰੇ ਨੂੰ ਮਿਲਿਆ। ਜੀ ਬਿਲਕੁਲ, ਇਹ ਤੁਸੀਂ ਵਧੀਆ ਢੰਗ ਨਾਲ ਗੱਲ ਸਮਝਾਤੀ ਆ, ਪਰ ਇੰਨਾ ਹੋ ਸਕਦਾ ਵੀ ਮੇਰੀ ਸਮਝ ਹੀ ਘੱਟ ਹੋਵੇ, ਪਰ ਪਹਿਲੀ ਵਾਰ ਇੱਕ ਡਿਫਰੈਂਟ ਐਂਗਲ ਜਿਹੜਾ ਹੈ ਬਸਪਾ ਦੀ ਰਾਜਨੀਤੀ ਦਾ ਤੁਸੀਂ ਪੇਸ਼ ਕੀਤਾ, ਜਿਹਦੇ ਵਿੱਚ ਆਪਾਂ ਸਿੱਖ ਭਾਈਚਾਰੇ ਨੂੰ ਵੀ ਲੈ ਲਿਆ ਤੇ ਆਪਾਂ ਇਹ ਵੀ ਕਹਿੰਦੇ ਹਾਂ ਕਿ ਵੀ ਉਹ ਵੀ ਜਿੱਦਾਂ ਮਾਈਨੋਰਟੀ ਹੈ ਤੇ ਅਸੀਂ ਉਹਨਾਂ ਦੀ ਨੁਮਾਇੰਦਾ ਜਮਾਤ ਹਾਂ। ਹਾਲਾਂਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦਾ। ਹੁਣ ਆਪਣਾ ਤਾਜ਼ਾ ਗੱਠਜੋੜ ਹੋਇਆ ਜੀ ਉਹਨਾਂ ਦੇ ਨਾਲ। ਤੁਸੀਂ ਇੱਕ ਸ਼ਬਦ ਵਰਤਿਆ ਸੀ, ਮਨੂਵਾਦੀ ਪ੍ਰਵਿਰਤੀ। ਹੁਣ ਮਨੂਵਾਦੀ ਸੋਚ ਕਹਿ ਲਓ, ਮਨੂਵਾਦੀ ਵਿਚਾਰਧਾਰਾ ਕਹਿ ਲਓ, ਉਸ ਵਿਚਾਰਧਾਰਾ ਵਾਲਿਆਂ ਦੇ ਨਾਲ ਉਹਨਾਂ ਦਾ 22-23 ਸਾਲ ਦਾ ਗੱਠਜੋੜ ਸੀਗਾ। ਇਸ ਵਕਤ ਦੇਸ਼ 'ਚ ਰਾਜ ਵੀ ਕਰ ਰਹੇ ਨੇ। ਉਹਨਾਂ ਨੇ ਉਹ ਗੱਠਜੋੜ ਛੱਡਿਆ ਤੇ ਅਚਾਨਕ ਹੁਣ ਤੁਹਾਡੇ ਨਾਲ ਕਰ ਲਿਆ। ਉਹਨਾਂ ਦੇ ਪਿੱਛੇ ਕੀ ਮੋਟਿਵ ਹੈ ਉਹ ਤਾਂ ਚਲੋ ਉਹਨਾਂ ਦਾ ਕੋਲੋਂ ਜਵਾਬ ਲੈ ਲਾਂਗਾ, ਪਰ ਤੁਸੀਂ ਕੀ ਸੋਚਿਆ ਇਹ ਗੱਠਜੋੜ ਕਰਨ ਵੇਲੇ? ਦੇਖੋ, ਇਹ ਗੱਲ ਮੈਂ ਨਹੀਂ ਸੀ ਸੋਚੀ। ਇਹ ਗੱਲ ਦਸ਼ਮੇਸ਼ ਪਿਤਾ ਨੇ 1699 ਵਿਸਾਖੀ ਜਿੱਦਣ ਸਾਜੀ
ਉਹ ਖਾਲਸਾ ਪੰਥ ਸਾਜਿਆ ਗਿਆ, ਉਦਣ ਗੁਰੂਆਂ ਨੇ ਸੋਚਿਆ ਸੀ। ਉਹਨਾਂ ਨੇ ਸੋਚਿਆ ਸੀ ਮਾਨਸ ਕੀ ਜਾਤ ਸਭੈ ਏਕੇ ਪਹਿਚਾਣ ਬੋ। ਉਹਨਾਂ ਨੇ ਵੱਖ-ਵੱਖ ਜਾਤਾਂ ਨੂੰ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਇੱਕ ਸਾਂਝਾ ਨਾਮ ਦਿੱਤਾ ਸੀ ਕਿ ਅੱਜ ਤੋਂ ਬਾਅਦ ਤੁਸੀਂ ਜਾਤੀ, ਧਰਮ, ਨਸਲ, ਲਿੰਗ ਆਧਾਰ ਤੇ ਵਿਤਕਰਾ ਨਹੀਂ ਕਰਨਾ। ਇਹੀ ਸੋਚ ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ, ਉਹਦੇ 'ਚ ਇਹ ਗੁਰੂਆਂ ਦਾ ਜਿਹੜਾ ਸੰਦੇਸ਼ ਸੀ, ਇਹ ਕਾਨੂੰਨ ਬਣਾਇਆ ਕਿ ਭਾਰਤ ਦੀ ਧਰਤੀ ਤੇ ਜਾਤੀ, ਧਰਮ, ਨਸਲ, ਸਥਾਨ, ਲਿੰਗ, ਆਰਟੀਕਲ ਸੰਵਿਧਾਨ ਦਾ 14, 15, 16 ਇਹਦੇ ਆਧਾਰ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ। ਔਰ ਬਾਬਾ ਸਾਹਿਬ ਅੰਬੇਡਕਰ ਇਸੇ ਸੋਚ ਨੂੰ ਪੂਰਾ ਕਰਨ ਲਈ ਪੰਜਾਬ ਦੀ ਧਰਤੀ ਤੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ। 1935 ਔਰ 1951 ਦਾ ਜਿਹੜਾ ਸਮਾਂ ਆ, ਜਿਨ੍ਹਾਂ ਸਮਿਆਂ 'ਚ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਭਾਰਤ ਦੀ ਧਰਤੀ ਤੇ ਇੱਕ ਇਹੋ ਜਿਹਾ ਧਰਮ ਡਿਵੈਲਪ ਹੋਣਾ ਚਾਹੀਦਾ ਜਿਹੜਾ ਜਾਤੀ ਵਿਵਾਦੀ ਵਿਵਸਥਾ ਨੂੰ, ਮਾਨੂਵਾਦੀ ਵਿਵਸਥਾ ਨੂੰ ਖਤਮ ਕਰਦਾ ਹੋਵੇ। ਔਰ ਉਹਨਾਂ ਨੂੰ ਉਹਦੇ ਤਹਿਤ ਉਸ ਵੇਲੇ 1935 ਤੋਂ ਬਾਅਦ 1951 ਤੱਕ ਸਿੱਖੀਜ਼ਮ ਉਹਨਾਂ ਨੂੰ ਸੂਟੇਬਲ ਲੱਗਿਆ ਸੀ। ਲੰਬੀ ਕਹਾਣੀ 'ਚ ਮੈਂ ਨਹੀਂ ਜਾਂਦਾ, ਲੇਕਿਨ ਉਸ ਤੋਂ ਬਾਅਦ ਸਾਹਿਬ ਕਾਸ਼ੀ ਰਾਮ ਜੀ, ਉਸ ਤੋਂ ਬਾਅਦ ਜ਼ਰੂਰ ਜਾਊਂਗਾ ਸਰਦਾਰ ਜਸਬੀਰ ਸਿੰਘ ਜੀ। ਉਦੋਂ ਸਿੱਖ ਭਾਈਚਾਰੇ ਦੀ ਜਿਹੜੀ ਵੀ ਨੁਮਾਇੰਦਾ ਜਮਾਤ ਸੀ, ਉਹਨਾਂ ਨੇ ਕਿੱਡੇ ਕੁ ਫੁੱਲ ਪਾਏ ਸੀ ਵੀ ਸਾਰਿਆਂ ਨੂੰ ਪਤਾ, ਜੇ ਥੋੜ੍ਹਾ ਜਿਹਾ ਤੁਸੀਂ ਦੱਸ ਸਕੋ ਤਾਂ। ਉਹਦੇ 'ਚ ਮੈਂ ਇੱਦਾਂ ਮੈਨੂੰ ਲੱਗੂਗਾ ਕਿ ਜਿਹੜਾ ਉਸ ਸਮੇਂ ਸਿੱਖ ਧਰਮ ਦੇ ਉੱਤੇ ਜਿਹੜੇ ਚਲਾ ਰਹੇ ਪ੍ਰਬੰਧਕ ਤੇ ਕਬਜ਼ੇਦਾਰ ਲੋਕ ਸੀ, ਉਹਨਾਂ ਦੀ ਜਿਹੜੀ ਉਹ ਮਨੂਵਾਦੀ ਮਾਨਸਿਕਤਾ ਵਾਲੇ ਲੋਕ ਸੀ, ਜਿਹਦੇ ਬਾਰੇ ਸਾਚੀ ਸਾਖੀ ਦੇ ਵਿੱਚ ਭਾਈ ਕਪੂਰ ਸਿੰਘ ਜਿਹੜੇ ਉਸ ਵੇਲੇ ਦੇ ICS ਆਫੀਸਰ ਨੇ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਲਿਖਿਆ। ਸਮੂਹ ਸਿੱਖ ਜਗਤ ਨੂੰ ਜਿਹੜਾ ਹੈਗਾ ਉਹ ਕਿਤਾਬ ਪੜ੍ਹਨੀ ਚਾਹੀਦੀ ਆ। ਔਰ ਬਾਬਾ ਸਾਹਿਬ ਅੰਬੇਡਕਰ ਦੇ ਇਸ ਕਿਉਂਕਿ ਕੁਝ ਵਿਵਾਦਮਈ ਐਪੀਸੋਡ ਨੇ, ਮੈਨੂੰ ਇੱਦਾਂ ਲੱਗਦਾ ਇਤਿਹਾਸ ਦੇ ਵਿੱਚ ਸਾਨੂੰ ਆਉਂਦੇ ਨੇ, ਉਹਨਾਂ ਨੂੰ ਧਿਆਨ 'ਚ ਤਾਂ ਰੱਖਣਾ ਚਾਹੀਦਾ। ਉਹਨਾਂ ਵਿਵਾਦਮਈਆਂ 'ਚੋਂ ਹੀ ਆਪਾਂ ਆਉਣੇ ਵਾਲਾ ਸਮਾਂ ਜਿਹੜਾ, ਤਾਂ ਜੋ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾ ਕੇ ਆਉਣੇ ਵਾਲੇ ਸਮੇਂ ਦੇ ਵਿੱਚ ਆਪਾਂ ਕੋਈ ਚੰਗਾ ਸੰਕਲਪ ਪੈਦਾ ਕਰ ਸਕੀਏ। ਸਾਹਿਬ ਕਾਸ਼ੀ ਰਾਮ ਜੀ ਮੈਂ ਤੁਹਾਡੀ ਗੱਲਾਂ ਸਹਿਮਤ ਹਾਂ। ਮੈਨੂੰ ਇਹ ਹੈ ਕਿ ਨਹੀਂ, ਭੂਮਿਕਾ ਵਧੀਆ ਵੱਜ ਗਈ। ਮੈਨੂੰ ਇਹ ਸੀ ਕਿ ਆਪਾਂ ਮੌਜੂਦਾ ਗੱਠਜੋੜ ਤੇ ਆ ਜਾਈਏ ਵੀ ਇਹ ਜਿਹੜਾ ਗੱਠਜੋੜ ਹੈ, ਇਹਦੇ ਵਿੱਚ ਆ ਜਿਹੜੀ ਗੱਲ ਤੁਸੀਂ ਗਣਿਤ ਸਮਝਾ ਰਹੇ ਹੋ, ਇਹ ਭਾਈਚਾਰਕ ਸਾਂਝ ਵਾਲਾ ਗਣਿਤ ਹੈ ਜਾਂ ਫਿਰ ਇਹ ਮੌਕੇ ਦੀ ਨਜ਼ਾਕਤ ਨੂੰ ਵੇਖ ਕੇ ਅਗਲਿਆਂ ਨੂੰ ਲੋੜ ਸੀ ਤੇ ਆਪਾਂ ਨੂੰ ਵੀ ਲੋੜ ਸੀ, ਉਸ ਹਿਸਾਬ ਨਾਲ ਫਿੱਟ ਕੀਤੀ ਕਹਾਣੀ ਹੈ? ਕਲੀਅਰ ਕੱਟ ਹੈ। ਮੈਂ ਆਪਾਂ ਕਾਹਦੇ ਲਈ ਲੰਮੀ ਗੱਲ 'ਚ ਇਹਦੇ 'ਚ ਮੈਂ ਫਿਰ ਬੇਨਤੀ ਕਰਦਾ, ਜਦੋਂ ਮੈਂ ਤੁਹਾਨੂੰ ਹਿਸਟਰੀ ਦੀ 1-2 ਮਿੰਟੇ ਲੈਣੇ, ਵੱਧ ਨਹੀਂ ਲੈਣੇ, ਤੁਸੀਂ ਆਪ ਸਿੱਧ ਕਰੋਗੇ ਕਿ ਇਟ ਇਜ਼ ਨਾਟ ਪੋਲੀਟੀਕਲ ਜੀ। 84 'ਚ ਪਾਰਟੀ ਬਣੀ ਔਰ 1914 ਅਪ੍ਰੈਲ 1984 ਨੂੰ ਸਾਹਿਬ ਕਾਸ਼ੀ ਰਾਮ ਜੀ ਇੱਕ ਪੰਜਾਬੀ ਨੇ ਪਾਰਟੀ ਬਣਾਈ। ਔਰ ਉਹ ਪੰਜਾਬੀ ਜਿਹੜਾ ਆਨੰਦਪੁਰ ਸਾਹਿਬ ਖਾਲਸੇ ਦੀ ਪੈਰਾਂ ਵਿੱਚ ਪਿੰਡ ਪੈਂਦਾ ਖੁਆਸਪੁਰਾ, ਉੱਥੇ ਪੈਦਾ ਹੋਏ। ਔਰ ਇਸ ਇੱਕ ਪੰਜਾਬੀ ਜਿਹੜਾ ਸਾਹਿਬ ਕਾਸ਼ੀ ਰਾਮ ਕਹਿੰਦੇ, ਔਰ ਇੱਕ ਮਜ਼ਦੂਰਾਂ ਦੇ ਘਰ ਪੈਦਾ ਹੋਇਆ, ਬਿਨਾਂ ਸਾਧਨਾ ਤੋਂ ਸਾਈਕਲ ਤੇ ਚੱਲਦਾ ਸੀ, ਢਿੱਡੋਂ ਭੁੱਖਾ ਚੱਲਦਾ ਸੀ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪਾਰਟੀ ਖੜੀ ਕੀਤੀ, ਬਹੁਜਨ ਦਾ ਕੰਸੈਪਟ ਦਿੱਤਾ ਜਿਹਦੇ 'ਚ ਦਲਿਤ, ਪਛੜਾ, ਮਿਨੋਰਟੀ ਆਉਂਦੀ, ਜਿਹਦੇ 'ਚ ਸਿੱਖ ਵੀ ਆਉਂਦਾ। ਔਰ 89 ਦੇ ਵਿੱਚ 84 ਦੇ ਵਿੱਚ ਬਲੂ ਸਟਾਰ ਹੋਇਆ। ਉਸ ਬਲੂ ਸਟਾਰ ਦੇ ਵਿੱਚ ਪੰਜਾਬ ਦੀ ਧਰਤੀ ਤੇ ਕਾਂਗਰਸ ਨੇ ਬੁਰਸ਼ਾਗਰਦੀ ਕੀਤੀ। ਸਿੱਖਾਂ ਦਾ ਮੱਕਾ ਸ਼੍ਰੀ ਹਰਿਮੰਦਰ ਸਾਹਿਬ ਢਾਹ ਕੇ ਰੱਖ ਦਿੱਤਾ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ AK-47 ਨਹਿਰਾਂ ਲਾਲ ਕਰ ਦਿੱਤੀਆਂ, ਦਰਿਆਵਾਂ ਦੇ ਕੰਢੇ ਲਾਲ ਕਰ ਦਿੱਤੇ, ਦਰਿਆਵਾਂ ਸੂਇਆਂ ਨੂੰ ਕਾਲਾ ਖੂਨ ਨਾਲ ਲਾਲ ਕਰ ਦਿੱਤਾ, ਥਾਣਿਆਂ ਦੇ ਵਿੱਚ ਧੀਆਂ ਭੈਣਾਂ ਬੇਪੱਤ ਕਰ ਦਿੱਤੀਆਂ। 10 ਸਾਲ ਕਾਂਗਰਸ ਦੇ ਰਾਜ ਚੱਲਿਆ। ਔਰ ਸਾਹਿਬ ਕਾਂਸ਼ੀ ਰਾਮ ਨੇ ਇਸ ਸਮੇਂ ਦੌਰਾਨ ਕਿਆ ਕੀਤਾ? ਸਾਹਿਬ ਕਾਂਸ਼ੀ ਰਾਮ ਜੀ ਜਿਹੜੇ ਉਸ ਵੇਲੇ ਸਿੱਖ ਧਿਰਾਂ ਖੜੀਆਂ ਹੋਈਆਂ, ਉਹਨਾਂ ਨੂੰ ਧਿਰਾਂ ਨੂੰ ਲਾਮਬੰਦ ਕੀਤਾ, ਜਿਹਦੇ ਵਿੱਚ ਅਗਵਾਈ ਬਾਬਾ ਜੋਗਿੰਦਰ ਸਿੰਘ ਭਿੰਡਰਾਂਵਾਲੇ ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਤਿਕਾਰਯੋਗ ਪਿਤਾ ਜੀ ਸੀਗੇ। ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਯੂਨਾਈਟਿਡ ਅਕਾਲੀ ਦਲ ਫਰੇਮ ਅਪ ਹੋਇਆ। ਔਰ ਉਹਦੇ ਤਹਿਤ ਜਿਹੜੀ 11 ਮੈਂਬਰ ਪਾਰਲੀਮੈਂਟ ਸੀਟਾਂ ਜਿਹੜੀਆਂ ਆ, ਇਹ ਗੱਠਜੋੜ ਜਿਹੜਾ 89 'ਚ ਹੋਇਆ ਸੀ, ਬਹੁਜਨ ਸਮਾਜ ਔਰ ਸਿੱਖ ਧਿਰਾਂ ਦਾ, ਇਹਨੂੰ ਸਟ੍ਰੈਟੇਜਿਕ ਗੱਠਜੋੜ ਕਹਿੰਦੇ ਆ। ਔਰ 91 'ਚ ਸਾਰੀਆਂ ਧਿਰਾਂ ਬਾਈਕਾਟ ਕਰ ਗਈਆਂ। ਔਰ 92 ਦੇ ਇਲੈਕਸ਼ਨ 'ਚ ਅਸੀਂ 9 MLA ਜਿੱਤੇ। ਔਰ ਮੈਨੂੰ ਇਹ ਲੱਗਦਾ ਜੇ ਉਸ ਵੇਲੇ ਵੀ 89 ਵਰਗਾ ਗੱਠਜੋੜ ਬਹੁਜਨ ਸਮਾਜ ਦਾ ਔਰ ਸਿੱਖਇਜ਼ਮ ਦਾ ਹੋ ਜਾਂਦਾ, ਪੰਜਾਬੀਆਂ ਦਾ ਹੋ ਜਾਂਦਾ, ਤਾਂ ਨਾ ਮਾਨਯੋਗ ਜਿਹੜੇ ਮਰਹੂਮ ਜਿਹੜੇ ਮੁੱਖ ਮੰਤਰੀ ਰਹੇ ਆ ਪੰਜਾਬ ਦੇ, ਬੇਅੰਤ ਸਿੰਘ ਜੀ ਮੁੱਖ ਮੰਤਰੀ ਬਣਦੇ, ਨਾ KPS ਜਿਹਨੂੰ ਬੁੱਚੜ ਆਫ ਪੰਜਾਬ ਦੀ ਡਿਗਰੀ ਦਿੱਤੀ ਗਈ, ਨਾ ਉਹ ਜੰਮਦਾ। ਜੇ ਦੋਏ ਜੋੜੀਆਂ ਕਾਇਮ ਨਾ ਹੁੰਦੀਆਂ ਤਾਂ ਜਿਹੜਾ 92 ਤੋਂ ਬਾਅਦ ਜਿਹੜਾ 94 ਤੱਕ ਘਾਣ ਹੋਇਆ ਪੰਜਾਬੀਆਂ ਦਾ, ਨਾ ਕੋਈ ਖਾਲੜਾ ਮਿਸ਼ਨ ਨੂੰ ਐਡੀ ਬੜੀ ਆਪਣੀ ਜ਼ਿੰਦਗੀ ਗਵਾਉਣੀ ਪੈਂਦੀ, 30,000 ਲਾਸ਼ਾਂ ਜਿਹੜੀਆਂ ਉਹਨਾਂ ਨੇ। ਲੇਕਿਨ ਇਹ ਸਮਾਂ ਜਿਹੜਾ ਉਹ ਗੱਠਜੋੜ ਨਹੀਂ ਹੋ ਪਾਇਆ। ਤਾਂ 96 ਦੇ ਵਿੱਚ ਸਿੱਖ ਧਿਰਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਹੋਇਆ, ਬੜਾ ਅੱਛਾ ਰਿਹਾ। ਲੇਕਿਨ ਉਹ ਜਿਹੜਾ ਸੈਂਟਰ ਦੇ ਵਿੱਚ ਜਿਹੜੇ ਹਾਲਾਤ ਸੀ, ਸੈਂਟਰ ਦੇ ਵਿੱਚ BJP ਵੀ ਤਕੜੀ ਹੋ ਕੇ ਆਈ, 13 ਮਹੀਨਿਆਂ ਦਾ ਪ੍ਰਧਾਨ ਮੰਤਰੀ ਬਣਿਆ ਅਬਕੀ ਵਾਰੀ ਪੰਡਤ ਅਟਲ ਬਿਹਾਰੀ, ਔਰ ਕਾਂਗਰਸ ਵੀ ਤਕੜੀ ਸੀ।
ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਵਿੱਚ ਵਧਣ ਤੋਂ ਹਰ ਹੀਲੇ ਰੋਕਣਾ ਚਾਹੁੰਦੀ ਸੀ। ਔਰ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇਹ ਕਾਂਗਰਸ ਨੂੰ ਵਧਿਆਂ ਨੂੰ ਰੋਕਣਾ ਚਾਹੁੰਦੇ ਸੀ ਵੀ ਹਰ ਹਾਲਤ 'ਚ ਕਾਂਗਰਸ ਨੂੰ ਰੋਕਿਆ ਜਾਵੇ। ਸਾਡੇ ਲਈ ਦੋਏ ਦੁਸ਼ਮਣ ਜਮਾਤਾਂ ਸੀ, ਕਾਂਗਰਸ ਵੀ ਬੀਜੇਪੀ ਵੀ। ਅਸੀਂ ਦੋਹਾਂ ਨੂੰ ਕੁਚਲਣਾ ਚਾਹੁੰਦੇ ਹਾਂ, ਲੇਕਿਨ ਇੱਕ ਵਾਰੀ ਇੱਕ ਨੂੰ ਕੁਚਲ ਹੋਣਾ ਆ, ਦੋ ਇਕੱਠੀਆਂ ਕੁਚਲੀਆਂ ਨਹੀਂ ਜਾ ਸਕਦੀਆਂ, ਸਾਡੀ ਇਹ ਸੋਚ ਸੀ। ਔਰ ਮਾਨਯੋਗ ਬਾਦਲ ਸਾਹਿਬ ਨੇ ਉਦੋਂ ਫੈਸਲਾ ਲਿਆ ਔਰ ਮਾਨੇਵਰ ਸਾਹਿਬ ਕਾਂਸ਼ੀ ਰਾਮ ਦੇ ਨਾਲ ਬੈਠ ਕੇ ਮੀਟਿੰਗ ਹੋਈ। ਮੇਰੇ ਕੋਲ ਇੱਕ ਇੰਟਰਵਿਊ ਪਈ ਆ ਉਹਨਾਂ ਦੀ, ਸਾਹਿਬ ਕਾਂਸ਼ੀ ਰਾਮ ਜੀ ਦੀ, ਕਿ ਉਹਨਾਂ ਕਾਂਗਰਸ ਨਾਲ ਨਹੀਂ ਸੀ ਜਾ ਸਕਦੇ, ਅਸੀਂ ਬੀਜੇਪੀ ਨੂੰ ਰਗੜਨਾ ਚਾਹੁੰਦੇ ਸੀ। ਕਾਂਗਰਸ ਹੀ ਆਲਰੇਡੀ ਕਮਜ਼ੋਰ ਕਰ ਚੁੱਕੇ ਸੀ 96 ਤੱਕ ਬਹੁਜਨ ਸਮਾਜ ਪਾਰਟੀ। ਤਾਂ ਬਾਦਲ ਸਾਹਿਬ ਔਰ ਉਹਨਾਂ ਨੇ ਕਿਹਾ ਵੀ ਠੀਕ ਹੈ, 84 'ਚ ਕਾਂਗਰਸ ਨੇ ਹਮਲਾ ਕੀਤਾ, ਤੁਸੀਂ ਬੀਜੇਪੀ ਨਾਲ ਚੱਲ ਜਾਓ, ਮੈਂ ਆਪਣਾ ਹਿਸਾਬ ਕਿਤਾਬ ਦੇਖਦਾ, ਤੁਸੀਂ ਆਪਣਾ ਹਿਸਾਬ ਕਿਤਾਬ ਦੇਖੋ। ਔਰ 97, 98, 99 ਦੇ ਵਿੱਚ ਪੰਥਕ ਮੋਰਚਾ ਬਣਿਆ ਬਹੁਜਨ ਸਮਾਜ ਪਾਰਟੀ ਔਰ ਪੰਥਕ ਮੋਰਚਾ ਸਿੱਖ ਧਿਰਾਂ ਦਾ ਗੱਠਜੋੜ ਹੋਇਆ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਚਲਾ ਗਿਆ। ਅਸੀਂ ਰਿਜ਼ਲਟ 99 'ਚ ਨਹੀਂ ਕੱਢ ਪਾਏ। ਉਹ ਪੰਥਕ ਮੋਰਚੇ ਨੂੰ ਸਰਦਾਰ ਗੁਰਚਰਨ ਸਿੰਘ ਟੌੜਾ ਜਥੇਦਾਰ ਸਾਹਿਬ ਮਰਹੂਮ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਮਾਧਿਅਮ ਤੋਂ ਲੀਡ ਕਰਦੇ ਸੀ। 2002 ਆਇਆ, ਫਿਰ ਅਸੀਂ ਸਿੱਖ ਧਿਰਾਂ ਪੰਥਕ ਮੋਰਚਾ ਖੜਾ ਕੀਤਾ ਕਾਂਗਰਸ ਭਾਜਪਾ ਨੂੰ ਹਰਾਉਣ ਦੇ ਲਈ। ਔਰ ਉਹਦੀ ਅਗਵਾਈ ਜਿਹੜੀ ਆ ਰਵਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਡਿਕਲੇਅਰ ਕਰਕੇ ਪੰਜਾਬ ਦਾ ਸਾਹਿਬ ਕਾਂਸ਼ੀ ਰਾਮ ਜੀ ਨੇ ਕੋਸ਼ਿਸ਼ ਕੀਤੀ, ਲੇਕਿਨ ਅਸੀਂ ਨਹੀਂ ਕੋਈ ਰਿਜ਼ਲਟ ਉਸ ਵੇਲੇ ਦਿਖਾ ਪਾਏ। ਅੱਜ 2022 ਆਇਆ, ਅੱਜ 2019 ਤੋਂ ਬਾਅਦ 2022 ਆਉਣਾ ਆ। ਅੱਜ ਪੰਜਾਬ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸਿੱਖ ਧਿਰਾਂ ਦਾ ਜਿਹੜੀ ਵੱਡੀ ਨੁਮਾਇੰਦਾ ਕਰਦੀ ਜਮਾਤ ਹੈ, ਉਹ ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੋੜਾ ਹੋਇਆ। ਔਰ ਪਾਰਟੀ ਬਹੁਜਨ ਸਮਾਜ ਪਾਰਟੀ ਆਪਣੀ ਵਿਚਾਰਧਾਰਕ ਸੋਚ ਨੂੰ ਲੈ ਕੇ, ਜਿਹੜੀ ਮੂਲ ਹੈ ਸਾਡਾ ਕਿ ਬਹੁਜਨ ਸਮਾਜ ਇਕੱਠਾ ਹੋਣਾ ਚਾਹੀਦਾ, ਦਲਿਤ ਹੈ, ਸਿੱਖ ਹੈ, ਮੁਸਲਮਾਨ, ਇੱਕ ਝੰਡੇ ਥੱਲੇ ਇਕੱਠੇ ਆਉਣੇ ਚਾਹੀਦੇ। ਔਰ ਜਿਹੜਾ ਕੰਮ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੇ ਜੀਵਨ 'ਚ ਕੀਤਾ ਸੀ, ਜਿਸ ਕੰਮ ਨੂੰ ਬਾਬਾ ਸਾਹਿਬ ਅੰਬੇਡਕਰ ਕਰਨਾ ਲੋਚਦੇ ਸੀ, ਉਸੇ ਹੀ ਕੰਮ ਨੂੰ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਉਹੀ ਹਿਸਟਰੀ ਮੁੜ ਕੇ ਦੁਹਰਾਈ ਆ। ਇਸ ਕਰਕੇ ਇਹ ਪੋਲੀਟੀਕਲ ਲੋੜ ਨਹੀਂ, ਇਹ ਇੱਕ ਵਿਚਾਰਧਾਰਕ ਔਰ ਸਮਾਜਿਕ ਜਿਹੜਾ ਮੇਲ ਜੋਲ ਹੈ ਔਰ ਨੈਚੁਰਲ ਗਠਬੰਧਨ ਹੈ ਜੀ। ਚਲੋ ਆਪਾਂ ਮੰਨ ਲੈਂਦੇ ਹਾਂ ਤੁਸੀਂ ਜਿਹੜੀ ਇੰਨੀ ਲੰਮੀ ਚੌੜੀ ਐਕਸਪਲੇਨੇਸ਼ਨ ਦਿੱਤੀ ਆ, ਪਰਿਵਾਰ ਦੇ ਮੈਂਬਰਾਂ ਨੇ ਸੁਣੀ ਲੈਣੀ ਆ, ਪਰ ਇੱਕ ਜਿਹੜਾ ਪ੍ਰਭਾਵ ਬਣਿਆ, ਇੰਨੇ ਸਾਲਾਂ ਦੀ ਹਿਸਟਰੀ ਤੁਸੀਂ ਦੱਸੀ, ਇੰਨੇ ਸਾਲਾਂ ਦੀ ਹਿਸਟਰੀ ਦੇ ਵਿੱਚ ਪ੍ਰਭਾਵ ਦੇਸ਼ ਦੇ ਲੈਵਲ ਤੇ ਵੀ, ਨੈਸ਼ਨਲ ਲੈਵਲ ਤੇ ਵੀ ਐਂਡ ਪੰਜਾਬ ਲੈਵਲ ਤੇ ਵੀ ਇਹ ਬਣ ਗਿਆ ਕਿ ਬਸਪਾ ਮੌਕਾ ਜਿਹਾ ਤਾੜਦੀ ਹੈ ਵੀ ਇਸ ਵਕਤ ਕਿੱਧਰ ਜਾਣ 'ਚ ਫਾਇਦਾ। ਇਹ ਹੁਣ ਵੀ ਇਸੇ ਤਰ੍ਹਾਂ ਹੀ ਲੱਗ ਰਿਹਾ। ਇਸ ਪ੍ਰਭਾਵ ਦੇ ਬਾਰੇ 'ਚ ਕੀ ਕਹੋਗੇ? ਦੇਖੋ, ਬਹੁਜਨ ਸਮਾਜ ਪਾਰਟੀ ਦੀ ਦੁਸ਼ਮਣ ਨੰਬਰ 1 ਪਾਰਟੀ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਹੈ। ਬਹੁਜਨ ਸਮਾਜ ਪਾਰਟੀ ਨਹੀਂ ਜਸਵੀਰ ਸਿੰਘ ਜੀ, ਮੈਂ ਨਾ ਬੜਾ ਸਪਸ਼ਟ ਤੇ ਸਿੱਧਾ ਚਾਹੁੰਦਾ ਆਪਾਂ ਆਮ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਜੇ ਇਦਾਂ ਗੱਲ ਛੇੜੋਗੇ ਫਿਰ ਮੈਂ ਨੈਸ਼ਨਲ ਲੈਵਲ ਦੀ ਪੋਲਿਟਿਕਸ ਚਲੇ ਜਾਣਾ, ਫਿਰ ਕਹਾਣੀ ਦੋਵੇਂ ਬੰਨੇ ਆ ਜਾਣੀ ਵੀ ਆਪਣੀ ਯਾਰੀ ਦੋਵੇਂ ਬੰਨੀ ਰਹੀ। ਮੈਂ ਕਹਿੰਦਾ ਵੀ ਆਪਾਂ ਜਿਹੜਾ ਪ੍ਰਭਾਵ ਹੈ ਲੋਕਾਂ ਦਾ ਉਹਦੇ ਤੇ ਰਹੀਏ ਵੀ ਹੁਣ 2022 ਦੇ ਹਿਸਾਬ ਨਾਲ ਲੋਕ ਕੀ ਆਸ ਕਰਦੇ ਨੇ, ਹੁਣ ਕਿੱਥੇ ਖੜੇ ਆਪਾਂ? ਸਿਰਫ ਅੱਧਾ ਮਿੰਟ ਜੀ। ਬਹੁਜਨ ਸਮਾਜ ਪਾਰਟੀ ਦੋਹਾਂ ਪਾਰਟੀਆਂ ਨੂੰ ਕੁਚਲਣ ਲਈ ਹਮੇਸ਼ਾ ਖੇਤਰੀ ਪਾਰਟੀਆਂ ਨੂੰ ਨਾਲ ਲੈਂਦੀ ਆ। ਹਮੇਸ਼ਾ ਬਹੁਜਨ ਸਮਾਜ ਪਾਰਟੀ ਦੀ ਪਾਲਿਸੀ ਆ ਕਿ ਅਸੀਂ ਖੇਤਰੀ ਪਾਰਟੀਆਂ ਵਧਾਉਣੀਆਂ। ਫੋਰ ਐਗਜ਼ਾਮਪਲ, ਪਿਛਲਾ ਸਾਡਾ ਹਰਿਆਣੇ 'ਚ ਗੱਠਜੋੜ 2 ਪਾਰਟੀਆਂ ਨਾਲ 1 ਸਾਲ ਦੇ ਵਿੱਚ ਹੋਇਆ, ਚੌਟਾਲਾ ਪਰਿਵਾਰ ਦੀਆਂ ਸੀਗੀਆਂ ਔਰ ਖੇਤਰੀ ਸੀ ਦੋਨੋਂ। 2019 ਦੇ ਇਲੈਕਸ਼ਨ ਸਾਡਾ ਸਮਾਜਵਾਦੀ ਪਾਰਟੀ ਨਾਲ ਹੋਇਆ, ਉਹ ਖੇਤਰੀ ਪਾਰਟੀ ਸੀ। ਬਿਹਾਰ ਦੇ ਵਿੱਚ ਸਾਡਾ ਹੋਇਆ ਕੁਸ਼ਵਾਹਾ ਜੀ ਨਾਲ, ਉਹ ਖੇਤਰੀ ਪਾਰਟੀ ਸੀ। ਛੱਤੀਸਗੜ੍ਹ 'ਚ ਅਜੀਤ ਜੋਗੀ ਨਾਲ ਹੋਇਆ, ਜੋ ਸਾਡੇ ਵਿੱਚ ਨਹੀਂ ਆ, ਉਹ ਖੇਤਰੀ ਪਾਰਟੀ ਸੀ। ਦੇਵਗੌੜਾ ਜੀ ਨਾਲ ਕਰਨਾਟਕਾ ਦੇ ਵਿੱਚ ਹੋਇਆ, ਉਹ ਖੇਤਰੀ ਪਾਰਟੀ ਸੀ। ਬਹੁਜਨ ਸਮਾਜ ਪਾਰਟੀ ਦੀ ਸਿੰਪਲ ਜਿਹਾ ਆਈਡੀਆ ਆ ਕਿ ਅਸੀਂ ਖੇਤਰੀ ਪਾਰਟੀਆਂ ਨੂੰ ਉਸ ਸੂਬੇ ਦਾ ਮਾਲਕ ਬਣਾਉਣਾ ਚਾਹੁੰਦੇ ਹਾਂ ਔਰ ਦਲਿਤ ਨੂੰ, ਪਛੜੇ ਨੂੰ, ਬਹੁਜਨ ਸਮਾਜ ਨੂੰ ਅਸੀਂ ਦੇਸ਼ ਦਾ ਤਖਤ ਦੇਣਾ ਚਾਹੁੰਦੇ ਹਾਂ। ਜਿਹੜੀ ਗੱਲ ਦਸ਼ਮੇਸ਼ ਪਿਤਾ ਨੇ ਸੁਪਨਾ ਲਿਆ ਸੀ, ਇਨ ਗਰੀਬ ਸਿੱਖਣ ਕੋ ਦਹਿ ਪਾਤਸ਼ਾਹੀ, ਉਹ ਸੁਪਨਾ ਬਹੁਜਨ ਸਮਾਜ ਪਾਰਟੀ ਖੇਤਰੀ ਪਾਰਟੀਆਂ ਨੂੰ ਖੇਤਰ ਸੰਭਾਲ ਕੇ ਖੁਦ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਇਸ ਦੇਸ਼ ਦੇ ਦਲਿਤ ਨੂੰ, ਪਛੜੇ ਨੂੰ, ਮਾਈਨੋਰਟੀ ਨੂੰ ਦੇਸ਼ ਦਾ ਕਾਰੋਬਾਰ ਦੇਣਾ ਚਾਹੁੰਦੀ ਹੈ। ਇਸ ਕਰਕੇ ਇਹਨੂੰ ਜਿਹੜਾ ਪ੍ਰਭਾਵ ਜਿਹੜਾ ਗਿਆ ਆ ਕਿ ਬੀਐਸਪੀ ਸਮਝੌਤਾ ਚੇਂਜ ਕਰ ਲੈਂਦੀ ਆ ਜਾਂ ਐਂ ਕਰ ਲੈਂਦੀ, ਤਾਂ ਹਮੇਸ਼ਾ ਸਾਡੀ ਹਿਡਨ ਦੇ ਵਿੱਚ ਜਿਹੜੀ ਭਾਵਨਾ ਰਹਿੰਦੀ ਉਹ ਇਹੀ ਰਹਿੰਦੀ ਆ ਕਿ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਇਹ ਜਾਤੀਵਾਦੀ ਸੋਚ ਵਾਲੀਆਂ ਪਾਰਟੀਆਂ, ਇਹਨਾਂ ਨੂੰ ਹਰ ਤਰੀਕੇ ਨਾਲ ਕੁਚਲਿਆ ਜਾਣਾ ਚਾਹੀਦਾ, ਕਿਸੇ ਨਾਲ ਵੀ ਆਣਾ ਜਾਣਾ ਪੈ ਜਾਏ। ਅੱਛਾ, ਇੱਕ ਗੱਲ ਦੱਸੋ, ਜਦੋਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ, ਉਦੋਂ ਇੱਕ ਵੱਖਰਾ ਜਿਹਾ ਛੋਟਾ ਜਿਹਾ ਗੱਠਜੋੜ ਬਣਿਆ ਸੀ, ਉਹਦੇ ਵਿੱਚ ਬਸਪਾ ਵੀ ਭਾਈਵਾਲ ਸੀਗੀ। ਉਦੋਂ ਇੱਕ ਗੱਠਜੋੜ ਬਣਿਆ, ਹੁਣ ਉਹ ਸਾਰੀਆਂ ਧਿਰਾਂ ਵੱਖੋ ਵੱਖਰੀਆਂ ਨੇ। ਉਹਦੇ ਵਿੱਚੋਂ ਵੀ ਇੱਕ ਧਿਰ ਦੁਬਾਰਾ ਉਹ ਸਰਦਾਰ ਖਹਿਰਾ ਸਾਹਿਬ ਕਾਂਗਰਸ ਜਾ ਵੜੇ, PDA। ਉਦੋਂ ਫਿਰ ਆਪਾਂ ਆਪਣੀ ਲੜਾਈ ਅਕਾਲੀ ਦਲ ਨਾਲ ਵੀ ਸੀਗੀ ਜੀ। ਉਦੋਂ ਫਿਰ ਆਪਾਂ ਉਹ ਜਿਹੜਾ ਗੱਠਜੋੜ ਕੀਤਾ ਸੀ ਉਹਦੇ ਚੋਂ ਕੀ ਨਿਕਲਿਆ ਜੀ? ਹਾਂ, ਦੇਖੋ,
ਜਦੋਂ ਸਾਡੇ ਕੋਲ ਪੰਜਾਬ ਦੇ ਵਿੱਚ ਲੰਬਾ ਸਮਾਂ ਸਾਡੇ ਕੋਲ ਖੇਤਰੀ ਪਾਰਟੀਆਂ ਕੋਈ ਰਹੀਆਂ ਨਹੀਂ। ਬਸਪਾ ਹਮੇਸ਼ਾ ਸਟੇਟਾਂ 'ਚ ਚਾਹੁੰਦੀ ਕੋਈ ਨਾ ਕੋਈ ਖੇਤਰੀ ਪਾਰਟੀ ਡਿਵੈਲਪ ਕੀਤੀ ਜਾਵੇ ਔਰ ਮਜ਼ਬੂਤ ਕੀਤੀ ਜਾਵੇ। ਔਰ ਇਸੇ ਤਹਿਤ ਸਾਡੇ ਕੋਲ ਵੱਖ-ਵੱਖ ਛੋਟੀਆਂ ਪਾਰਟੀਆਂ ਸਾਡੇ ਸਾਹਮਣੇ ਆਈਆਂ ਔਰ ਕੁਝ ਚਿਹਰੇ ਸਾਹਮਣੇ ਆਏ, ਚਾਹੇ ਪੰਜਾਬ ਏਕਤਾ ਪਾਰਟੀ ਖਹਿਰਾ ਸਾਹਿਬ ਵਾਲੀ ਆਈ, ਚਾਹੇ ਬੈਂਸਾ ਮਾਨਯੋਗ ਉਹਨਾਂ ਦਾ ਆਲੋਕ ਇਨਸਾਫ ਪਾਰਟੀ ਆਈ, ਚਾਹੇ ਕਮਿਊਨਿਸਟ ਪਾਰਟੀਆਂ ਸੀ CPI CPM ਜਾਂ ਪਾਸਲਾ ਜੀ ਦੀ RMP ਆਈ ਸੀਗੀ। ਅਸੀਂ ਇਹ ਸਾਰੇ ਚਿਹਰੇ ਮਾਨਯੋਗ ਗਾਂਧੀ ਸਾਹਿਬ ਸੀ ਇਕੱਠੇ ਕੀਤੇ ਔਰ ਇਕੱਠੇ ਕਰਕੇ, ਕਿਉਂਕਿ ਸਾਡਾ ਲਕਸ਼ ਕਾਂਗਰਸ ਭਾਜਪਾ ਨੂੰ ਹਰਾਉਣਾ, ਚਾਹੇ ਉਹ ਸਾਡੇ ਨਾਲ ਕਿਸੇ ਵੀ ਰੂਪ ਦੇ ਵਿੱਚ ਆਉਣ, ਚਾਹੇ ਉਹ ਗੱਠਜੋੜ 'ਚ ਆਉਣ, ਜਿੱਦਾਂ ਮਰਜ਼ੀ ਆਉਣ। ਅਸੀਂ ਉਹ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਇੰਨੀ ਬੁਰੀ ਵੀ ਨਹੀਂ ਗਈ, ਚਾਹੇ ਜਿੱਤ ਵਿੱਚ ਨਹੀਂ ਬਦਲ ਪਾਏ। ਬੁਰੀ ਕਿੱਦਾਂ ਨਹੀਂ ਗਈ ਕਿ 14 ਲੱਖ ਵੋਟਾਂ ਉਸ ਗੱਠਜੋੜ ਨੇ 2019 'ਚ ਪ੍ਰਾਪਤ ਕੀਤੀਆਂ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੋਟ ਬਹੁਜਨ ਸਮਾਜ ਪਾਰਟੀ ਨੂੰ ਪਈ, ਲਗਭਗ 5 ਲੱਖ ਦੇ ਨੇੜੇ ਤੇੜੇ। ਔਰ ਉਸ ਤੋਂ ਬਾਅਦ ਜਿਹੜਾ ਕੁਝ ਜਿਮਨੀ ਇਲੈਕਸ਼ਨ ਆਏ, ਜਿਹਦੇ ਕਰਕੇ, ਕਿਉਂਕਿ ਖੇਤਰੀ ਪਾਰਟੀਆਂ ਸੀ, ਇਹ ਚਿਹਰੇ ਸੀ, ਬਹੁਜਨ ਸਮਾਜ ਪਾਰਟੀ ਦਾ ਟੈਂਪਰੇਰੀ ਇੱਕ ਪ੍ਰਬੰਧ ਕੀਤਾ ਗਿਆ ਸੀਗਾ ਪੰਜਾਬ ਦੇ ਪੰਜਾਬੀਅਤ ਦੇ ਲੋਕਾਂ ਦੇ ਲਈ, ਪੰਜਾਬ ਦੇ ਭਲੇ ਦੇ ਲਈ। ਲੇਕਿਨ ਇਹ ਟੈਂਪਰੇਰੀ ਚਿਹਰੇ ਆਪਣੀ ਆਪਣੀ ਸਵਾਰਥ ਭਾਵਨਾ ਦੇ ਵਿੱਚ ਇੱਧਰ ਉੱਧਰ ਮੁੜ ਕੇ ਬਿਖਰ ਗਏ। ਬਹੁਜਨ ਸਮਾਜ ਪਾਰਟੀ ਪਹਿਲਾਂ ਵੀ ਇੱਥੇ ਹੀ ਸੀ, ਹੁਣ ਵੀ ਇੱਥੇ ਹੀ ਆ, ਗਾਹਾਂ ਵੀ ਇੱਥੇ ਹੀ ਰਹਿਣੀ ਔਰ ਪੰਜਾਬ ਦੇ ਹਿੱਤਾਂ ਲਈ ਲੜਦੀ ਰਹੇਗੀ ਜੀ। ਸੋ ਮੈਂ ਇੱਕ ਵਾਰ ਫਿਰ ਦੱਸਦਾ ਜੀ ਪਰਿਵਾਰ ਦੇ ਮੈਂਬਰਾਂ ਨੂੰ ਕਿ ਮੇਰੇ ਨਾਲ ਇਸ ਵਕਤ ਬਸਪਾ ਦੇ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਨੇ। ਤੋ ਬਸਪਾ ਦੀ ਸਟ੍ਰੈਟਜੀ ਕੀ ਰਹੀ ਆ ਪਿਛਲੇ ਸਮੇਂ ਦੇ ਵਿੱਚ, ਜੋ ਵੀ ਪ੍ਰਭਾਵ ਸੀਗਾ ਬਹੁਜਨ ਸਮਾਜ ਪਾਰਟੀ ਨੂੰ ਲੈ ਕੇ, ਉਹਦੇ ਲਈ ਸੰਬੰਧਿਤ ਜੋ ਕੁਝ ਵੀ ਉਹਨਾਂ ਦੇ ਕਲੈਰੀਫਿਕੇਸ਼ਨ ਉਹ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ। ਅੱਛਾ, ਆਪਾਂ ਹੁਣ ਦੀ ਗੱਲ ਕਰੀਏ। ਹੁਣ ਜਿਹੜਾ ਗੱਠਜੋੜੇ ਹੋਇਆ ਉਹਦੇ 'ਤੇ ਕੁਝ ਟਿੱਪਣੀਆਂ ਆਈਆਂ, ਜਿਹਦੇ ਵਿੱਚੋਂ ਇੱਕ ਟਿੱਪਣੀ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਸੀਗੀ, ਐਂਡ ਉਸ ਟਿੱਪਣੀ ਤੋਂ ਬਾਅਦ ਕਾਫੀ ਇਸ ਵਕਤ ਰੌਲਾ ਰੱਪਾ ਹੈ, ਜਿਹਦੇ 'ਤੇ ਮੇਰਾ ਖਿਆਲ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰਨ ਵਾਲੇ ਪਾਸੇ ਵੀ ਤੁਰੇ ਹੋ। ਉਹ ਕੀ ਕਹਾਣੀ ਹੈ ਜੀ? ਦੇਖੋ, ਜਦੋਂ ਇਹ ਗੱਠਜੋੜ ਹੋਇਆ, ਇਸ ਗੱਠਜੋੜ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਪੰਜਾਬ ਦੀ ਰਾਜਕਰਤਾ ਸ਼ਾਸਨਕਰਤਾ ਕਾਂਗਰਸ ਜਮਾਤ ਨੂੰ ਹੋਣ ਜਾ ਰਿਹਾ, ਸਭ ਤੋਂ ਪਹਿਲਾਂ। ਔਰ ਸ਼੍ਰੀ ਰਵਨੀਤ ਬਿੱਟੂ ਜੀ ਦੀ ਟਿੱਪਣੀ, ਕਾਂਗਰਸ ਦੀ ਟਿੱਪਣੀ ਆਈ ਆ ਕਿ, ਔਰ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੀ ਵੇ ਆਫ ਟਾਕਿੰਗ ਇੱਦਾਂ ਸੀ ਜਿੱਦਾਂ ਉਹ ਜਾਤੀਵਾਦ ਜਿਹੜਾ ਕੈਂਸਰ ਰੂਪੀ ਅੰਦਰ ਵੜਿਆ ਆ, ਉਹ ਜੀਭ 'ਤੇ ਆ ਗਿਆ ਔਰ ਦਿਖ ਗਿਆ ਸਾਰੀ ਜਨਤਾ ਨੂੰ। ਕਾਂਗਰਸ ਦੀ ਜਾਤੀਵਾਦੀ ਸੋਚ ਪੰਜਾਬ ਦੇ ਸਾਰਿਆਂ ਨੂੰ ਦਿਖ ਗਈ, ਅੰਨ੍ਹਿਆਂ ਬੋਲਿਆਂ ਨੂੰ ਵੀ ਦਿਖ ਗਈ ਕਿ ਹੈ ਚਮਕੌਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਇਹ ਸੀਟਾਂ BSP ਨੂੰ ਦੇ ਦਿੱਤੀਆਂ, ਇਹ ਪਵਿੱਤਰ ਸੀਟਾਂ ਦੇ ਦਿੱਤੀਆਂ। ਇਹਦਾ ਮਤਲਬ ਜੇ ਪਵਿੱਤਰ ਸੀਟਾਂ ਕਿਹਨਾਂ ਨੂੰ ਦੇ ਦਿੱਤੀਆਂ? BSP ਵਾਲਿਆਂ ਨੂੰ। ਇਹਦਾ ਮਤਲਬ BSP ਵਾਲੇ ਇਹ ਕਹਿਣਾ ਚਾਹੁੰਦੇ ਆ ਕਾਂਗਰਸੀ ਕਿ ਬਸਪਾ ਵਾਲੇ ਪਵਿੱਤਰ ਹੈ, ਇਹ ਕਾਂਗਰਸੀ ਇੱਦਾਂ ਕਹਿਣੇ ਚਾਹੁੰਦੇ ਆ। ਇਹ ਜਾਤੀਵਾਦੀ ਜਿਹੜੀ ਸੋਚ ਵਾ ਔਰ ਜਿਹੜੇ ਸਿੱਖ ਸੈਂਟੀਮੈਂਟਸ ਹੈ, ਬਹੁਜਨ ਸਮਾਜ ਜਿਹੜੀ ਆ, ਇਹ ਜਿੱਥੇ ਬਾਬਾ ਸਾਹਿਬ ਅੰਬੇਡਕਰ ਦਾ ਭਾਰਤ ਦੇ ਸੰਵਿਧਾਨ ਨੂੰ ਆਪਣਾ ਆਦਰਸ਼ ਮੰਨਦੀ ਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣਾ ਆਦਰਸ਼ ਮੰਨਦੀ ਆ। ਇਹ ਸਾਹਿਬ ਕਾਂਸ਼ੀ ਰਾਮ ਜੀ ਦੀ ਇਤਿਹਾਸਕ ਸਟੇਟਮੈਂਟ ਹੈ। ਔਰ ਜਿਹੜਾ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ, ਪੰਜਾਬ ਦਾ ਜਿਹੜਾ ਕਲਚਰ ਹੈ, ਉਹ ਤਾਂ ਇਹ ਕਹਿੰਦਾ ਮਾਨਸ ਕੀ ਜਾਤੀ ਸਭੈ ਏਕੇ ਪਹਿਚਾਨਵੋ। ਸਾਨੂੰ ਤਾਂ ਗੁਰੂਆਂ ਨੇ ਇਹੀ ਸਿਖਾਇਆ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਸਾਨੂੰ ਤਾਂ ਗੁਰੂਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਬਿੱਟੂ ਜੀ ਉੱਥੋਂ ਮੈਂਬਰ ਪਾਰਲੀਮੈਂਟ ਰਹੇ ਆ, ਲੇਕਿਨ ਗੁਰੂਆਂ ਦੀ ਬਾਣੀ ਦੇ ਨੇੜਿਓਂ ਨਹੀਂ ਲੰਘੇ। ਔਰ ਮੈਨੂੰ ਲੱਗਦਾ ਨੇੜਿਓਂ ਨਾ ਲੰਘ ਕੇ ਮਾਨਯੋਗ ਬਿੱਟੂ ਸਾਹਿਬ ਨੇ ਆਪਣੀ ਖਾਨਦਾਨੀ ਰਵਾਇਤ ਕਾਇਮ ਰੱਖੀ ਆ, ਜਿਹੜੀ ਸਰਦਾਰ ਬੇਅੰਤ ਸਿੰਘ ਨੇ ਚਲਾਈ ਸੀ ਪੰਜਾਬ 'ਚ, ਸਿੱਖੀਜ਼ਮ ਦਾ ਪੰਥ ਦਾ ਘਾਣ ਕਰਨ ਦੀ। ਔਰ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਇਹਨਾਂ ਨੇ ਦੋਸ਼ ਲਾਇਆ ਕੁਝ ਸਮਝੌਤੇ 'ਚ ਪੈਸਿਆਂ ਦਾ ਲੈਣ ਦੇਣ ਭੈਣ ਜੀ ਦੇ ਉੱਤੇ 200-300 ਕਰੋੜ ਦਾ। ਇਸ ਇਸ਼ੂ ਨੂੰ ਲੈ ਕੇ ਅਸੀਂ ਇਹਨਾਂ 'ਤੇ ਜਿਹੜੀ ਕੰਪਲੇਂਟ ਹੈ ਉਹ ਬਠਿੰਡਾ ਫਾਈਲ ਕਰਾਤੀ ਆ, ਬਲਾਚੌਰ ਥਾਣੇ 'ਚ ਫਾਈਲ ਕਰਾਤੀ ਆ, ਔਰ ਪੂਰੇ ਪੰਜਾਬ 'ਚ ਇਹਨਾਂ ਦੇ ਖਿਲਾਫ ਫਾਈਲ ਕਰਾਵਾਂਗੇ। ਸੈਕੰਡਲੀ ਜਿਹੜਾ ਇਹਨਾਂ ਨੇ 200-300 ਕਰੋੜ ਦਾ ਇਲਜ਼ਾਮ ਲਗਾਇਆ, ਉਹਦਾ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਮਾਣਹਾਨੀ ਨੋਟਿਸ ਜਿਹੜਾ ਆ ਉਹ ਜਾਰੀ ਇਹਨਾਂ ਨੂੰ ਕਰ ਦਿਆਂਗੇ, ਕੱਲ੍ਹ ਮੀਡੀਆ 'ਚ ਵੀ ਆ ਜਾਏਗਾ। ਔਰ ਇਹਨਾਂ ਨੂੰ 2 ਦੁੱਕੀਆਂ ਵੀ ਸਿੱਧ ਕਰ ਦੇਣ, ਅਸੀਂ ਝੋਕੇ ਮਾਫੀ ਸਿਰਫ 2 ਦੁੱਕੀਆਂ, 200-300 ਕਰੋੜ ਤਾਂ ਦੂਰ ਦੀ ਗੱਲ ਹੈ। ਔਰ ਪੂਰੇ ਭਾਰਤ ਦੀ ਕੋਈ ਪਾਰਟੀ ਇਹ ਸਿੱਧ ਕਰਦਾ ਹੈ ਕਿ ਬਹੁਜਨ ਸਮਾਜ ਪਾਰਟੀ, ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਨੇਤਾ ਬਹੁਜਨ ਸਮਾਜ ਪਾਰਟੀ ਦੇ, ਜ਼ਿੰਦਗੀ 'ਚ ਇੰਨੇ ਅਸੀਂ ਗੱਠਜੋੜ ਕੀਤੇ ਆ, ਨਾਟ ਏ ਸਿੰਗਲ ਪੈਨੀ। ਅਸੀਂ ਕਿਸੇ ਦੇ ਕਰਜ਼ਾਈ ਨਹੀਂ, ਕਿਸੇ ਦੇ ਪੈਸੇ ਵੱਲ। ਅਸੀਂ ਖੁਦ ਮਜ਼ਦੂਰ ਲੋਕ ਹੈ, ਲੇਬਰ ਕਲਾਸ ਲੋਕ ਹੈ, ਰੋਜ਼ ਡੰਗ ਦੀ ਡੰਗ ਖਾਂਦੇ ਆ, ਡੰਗ ਦੀ ਡੰਗ ਕਮਾਉਂਦੇ ਆ, ਲੇਕਿਨ ਕਿਸੇ ਅੱਗੇ ਹੱਥ ਨਹੀਂ ਅੜਦੇ। ਅਸੀਂ ਸਾਡੇ ਵਰਕਰ ਖੁਦ ਪੈਸਾ ਇਕੱਠਾ ਕਰਦੇ ਆ, ਲੇਬਰਮੈਨ ਮਜ਼ਦੂਰ ਕਲਾਸਾਂ, ਔਰ ਪੈਸਾ ਇਕੱਠਾ ਕਰਕੇ ਫੰਡ ਜਨਰੇਟ ਕਰਕੇ ਅਸੀਂ ਪਾਰਟੀ ਨੂੰ ਚਲਾਉਂਦੇ ਆ। ਅਸੀਂ ਆਪਣੇ ਲੀਡਰਾਂ ਤੋਂ ਫੰਡ ਲੈਂਦੇ ਆ, ਅਸੀਂ ਆਪਣੇ ਵਰਕਰਾਂ ਤੋਂ ਫੰਡ ਲੈਂਦੇ ਆ, ਅਸੀਂ ਕਿਸੇ ਇੰਡਸਟਰੀਲਿਸਟ ਤੋਂ ਫੰਡ ਨਹੀਂ ਲੈਂਦੇ। ਤਾਂ ਇਸ ਕਰਕੇ ਦੂਸਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਕਮੈਂਟ ਆਇਆ, ਇਸ ਗੱਠਜੋੜ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਰਿਹਾ।
ਇਹਨਾਂ ਦਾ MLA ਦਿੱਲੀ ਤੋਂ ਆਇਓ, ਪੰਜਾਬ ਦੇ ਇੰਚਾਰਜ ਸ਼੍ਰੀ ਰਾਘਵ ਚੱਡਾ ਜੀ, ਮੈਨੂੰ ਲੱਗਦਾ ਸੀ ਉਹ ਬਹੁਤ ਮੈਚੁਰ ਪਰਸਨੈਲਿਟੀ ਆ ਰਾਘਵ ਚੱਡਾ ਜੀ, ਪਰ ਜਿੱਦਾਂ ਦਾ ਉਹਨਾਂ ਨੇ ਬਿਆਨ ਦਿੱਤਾ ਕਿ ਅਨੈਤਿਕ ਗੱਠਜੋੜ, ਤੇ ਅਨੈਤਿਕ ਗੱਠਜੋੜ ਤਾਂ ਇਹਨਾਂ ਨੂੰ ਉਦੋਂ ਚੇਤੇ ਨਹੀਂ ਆਇਆ ਜਦੋਂ ਪੰਜਾਬ ਦੇ ਵਿੱਚ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਆ, ਅਸੀਂ ਆਮ ਲੋਕਾਂ ਨੂੰ ਟਿਕਟ ਦੇਵਾਂਗੇ, ਤੇ ਸਾਰੇ ਹੀ ਚਿਹਰੇ ਪੋਲੀਟੀਕਲ ਪਰਿਵਾਰਾਂ 'ਚੋਂ ਦਿੱਤੇ ਸੀ ਇਹਨਾਂ ਨੇ ਅੱਧ ਨਾਲੋਂ ਵੱਧ, ਔਰ ਸਾਰਿਆਂ ਕੋਲੋਂ 2-2 4-4 ਕਰੋੜ ਇਹਨਾਂ ਨੇ ਫੰਡ ਮੰਗਿਆ ਸੀ। ਮੇਰੇ ਕੋਲ ਸਬੂਤ ਪਏ ਆ, ਜਦੋਂ ਚਾਹੀਦੇ ਹੁਣ ਮੈਂ ਆਮ ਆਦਮੀ ਪਾਰਟੀ ਦੇ ਨਸ਼ਰ ਕਰ ਦਿਆਂਗਾ। ਔਰ ਭਾਰਤੀ ਜਨਤਾ ਪਾਰਟੀ ਦੇ ਗਰੇਵਾਲ ਜੀ ਜਾਂ ਇਹਨਾਂ ਦੇ ਜਿਹੜੇ ਨੈਸ਼ਨਲ ਦੇ ਆਗੂ ਨੇ ਚੁੱਗ ਸਾਹਿਬ, ਇਹਨਾਂ ਦੇ ਬਿਆਨ ਆਏ ਨੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਹਾਸ਼ੀਏ ਤੇ ਪਈਆਂ ਸੀ, ਅੱਜ ਇਹਨਾਂ ਸਾਰੀਆਂ ਪਾਰਟੀਆਂ ਨੂੰ ਹਾਸ਼ੀਏ ਤੇ ਧੱਕਤਾ। ਸਿਰਫ ਇੱਕ ਫੈਸਲੇ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਹਾਸ਼ੀਏ ਤੇ ਧੱਕੀਆਂ ਗਈਆਂ, ਉੱਥੇ ਕਾਂਗਰਸ ਵੀ ਹਾਸ਼ੀਏ ਤੇ ਧੱਕੀ ਗਈ। ਇਸ ਕਰਕੇ ਇਹ ਜਿਹੜਾ ਇਹਨਾਂ ਦੇ ਹਮਲਿਆਂ ਦਾ ਤਾਂ ਸਵਾਗਤ ਕਰਦੇ ਆ, ਲੇਕਿਨ ਹਮਲੇ ਇਹ ਰਾਜਨੀਤਿਕ ਟੱਬਰਾਂ ਵਿੱਚੋਂ ਪੈਦਾ ਹੋਏ ਨੇ। ਬਹੁਜਨ ਸਮਾਜ ਪਾਰਟੀ ਤਾਂ ਮਜ਼ਦੂਰਾਂ ਦੇ ਘਰਾਂ 'ਚੋਂ ਜੰਮੀ ਆ, ਅੱਜ ਮਜ਼ਦੂਰ ਚਲਾਉਂਦੇ ਆ। ਅਸੀਂ ਤਾਂ ਪੋਲੀਟੀਕਲ ਇੰਨੇ ਆਪਣੇ ਆਪ ਨੂੰ ਮੈਚੁਰ ਵੀ ਗਿਣਦੇ ਨਹੀਂ। ਜਦੋਂ ਸਾਡੀ ਜਵਾਨ ਧੋਖਾ ਨਹੀਂ ਖਾਂਦੀ, ਇਹ ਤਾਂ ਖਾਨਦਾਨੀ ਰਾਜਨੀਤਿਕ ਨੇ, ਇਹਦਾ ਮਤਲਬ ਇਹਨਾਂ ਦੀ ਜਿਹੜੀ ਸੋਚ ਹੈ, ਬਹੁਜਨ ਸਮਾਜ ਪਾਰਟੀ ਇਸ ਗੱਲ ਲਈ ਇਹਨਾਂ ਨੂੰ ਅਪੀਲ ਕਰਦੀ ਆ ਕਿ ਕਿਰਪਾ ਕਰਕੇ ਪੋਲੀਟੀਕਲ ਮੈਚੁਰਿਟੀ ਦਿਖਾ ਲਓ। ਅੱਛਾ ਸਰਦਾਰ ਜਸਬੀਰ ਸਿੰਘ ਜੀ, ਇੱਕ ਚੀਜ਼ ਦੱਸਿਓ ਕਿ ਜਿੱਦਾਂ ਹੁਣ ਤੁਸੀਂ ਇੰਨੇ ਲੰਮੀਆਂ ਉਦਾਹਰਨਾਂ ਦਿੱਤੀਆਂ, ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਬਹੁਜਨ ਸਮਾਜ ਦੇ ਵਿੱਚ ਆਪਾਂ ਸਿੱਖ ਭਾਈਚਾਰੇ ਨੂੰ ਵੀ ਗਿਣਦੇ ਹਾਂ, ਬਾਬੂ ਕਾਂਸ਼ੀ ਰਾਮ ਹੋਣੀ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਨਤਮਸਤਕ ਹੁੰਦੇ ਆ। ਪਿਛਲੇ ਸਮੇਂ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਜੋ 2015 ਦੇ ਵਿੱਚ ਵਾਪਰਿਆ ਸੀਗਾ, ਉਹ ਸਾਰੇ ਕੁਛ ਦੇ ਵਿੱਚੋਂ ਆਪਣੇ ਆਪ ਨੂੰ ਬਰੀ ਨਹੀਂ ਕਰਵਾ ਪਾ ਰਿਹਾ। ਉਹ ਅਦਾਲਤ ਕਿਸੇ ਦੇ ਵਿੱਚ ਕੋਈ ਸਿੱਧ ਹੋਵੇ ਨਾ ਹੋਵੇ ਗੱਲ ਵੱਖਰੀ ਹੈ, ਪਰ ਪੰਜਾਬ ਦੇ ਲੋਕ ਮੰਨਦੇ ਨੇ ਵੀ ਯਾਰ ਉਦੋਂ ਕੁਝ ਗਲਤ ਹੋਇਆ ਤੇ ਉਹ ਉਸ ਰਾਜ 'ਚ ਹੋਇਆ ਤੇ ਉਹਦਾ ਇਨਸਾਫ ਨਹੀਂ ਮਿਲਿਆ। ਤੁਹਾਡੀ ਪਾਰਟੀ ਦਾ ਇਹਦੇ 'ਤੇ ਕੀ ਸਟੈਂਡ ਹੈ ਜੀ? ਦੇਖੋ, ਬਹੁਜਨ ਸਮਾਜ ਪਾਰਟੀ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਸੋਚਦੀ ਆ। ਅਸੀਂ ਇਹ ਚਾਹੁੰਦੇ ਹਾਂ ਕਿ ਕਾਨੂੰਨ ਇਨਸਾਫ ਕਰੇ। ਬਹੁਜਨ ਸਮਾਜ ਪਾਰਟੀ ਇਹ ਚਾਹੁੰਦੀ ਆ ਕਿ ਜਿਹੜੇ ਵੀ, ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ ਉਹ ਜਿੰਨੇ ਵੀ ਕੇਸ ਆਏ, ਉਹਨਾਂ ਨੇ ਬਕਾਇਦਾ ਸਿੱਟ ਬਣਾਈ। ਕੇਸ ਪੰਜਾਬ ਦੇ ਲੋਕ ਚਾਹੁੰਦੇ ਸੀ CBI ਨੂੰ ਸੌਂਪਿਆ ਜਾਵੇ, CBI ਨੂੰ ਵੀ ਸੌਂਪਿਆ ਗਿਆ। ਔਰ ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ, ਇਸੇ ਹੀ ਮੁੱਦੇ ਤੇ ਰਾਜ ਆਇਆ, ਔਰ ਇਸੇ ਮੁੱਦੇ ਤੇ ਰਾਜ ਆ ਕੇ 4.5 ਸਾਲਾਂ 'ਚ ਕਾਂਗਰਸ ਨੇ ਵੀ 2-3 ਸਿੱਟ ਬਣਾਈਆਂ ਹੈਗੀਆਂ ਆ। ਔਰ ਬਹੁਜਨ ਸਮਾਜ ਪਾਰਟੀ ਤਾਂ ਸੱਚ ਨਾਲ ਜਾਏਗੀ, ਬਹੁਜਨ ਸਮਾਜ ਪਾਰਟੀ ਕਾਨੂੰਨ ਦੇ ਫੈਸਲੇ ਨਾਲ ਜਾਏਗੀ, ਲੇਕਿਨ ਫੈਸਲਾ ਕਰ ਹੀ ਨਹੀਂ ਰਹੇ। ਜਦੋਂ ਕਾਂਗਰਸ ਇਸ ਮੁੱਦੇ ਨੂੰ ਬਣਾ ਕੇ ਆਈ ਸੀ, ਇਹਨਾਂ ਨੇ 4.5 ਸਾਲ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਗੁੰਮਰਾਹ ਕੀਤਾ। ਅੱਜ ਕਾਂਗਰਸ ਵੀ ਬੇਨਕਾਬ ਹੋ ਗਈ ਵੀ ਕਾਂਗਰਸ ਨੇ ਕਿਉਂ ਨਹੀਂ ਕੀਤਾ। ਕਦੇ ਕੋਈ ਸਿੱਟ, ਕਦੇ ਕੋਈ ਸਿੱਟ, ਕਦੇ ਕੋਈ। ਫੈਸਲਾ ਦੇਣਾ ਚਾਹੀਦਾ ਲੋਕਾਂ ਦੇ ਅੱਗੇ। ਨਹੀਂ, ਮੰਨ ਲਓ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਅਕਾਲੀ ਦਲ ਤੇ ਬਸਪਾ ਦੀ 2022 'ਚ ਸਰਕਾਰ ਬਣ ਜਾਂਦੀ ਆ ਜੀ, ਫਿਰ ਫੈਸਲਾ ਹੋ ਸਕਦਾ ਵਾਕਈ ਬੇਅਦਬੀ ਕਾਂਡ ਦਾ ਇਨਸਾਫ ਬਸਪਾ ਜਾਂ ਸਰਦਾਰ ਜਸਬੀਰ ਸਿੰਘ ਗੜੀ ਹੋਰਾਂ ਦੀ ਅਗਵਾਈ 'ਚ, ਕਿਉਂਕਿ ਤੁਹਾਡੇ ਕੋਲ ਵੀ ਵੱਡਾ ਅਹੁਦਾ ਹੋਏਗਾ, ਉਦੋਂ ਤੁਹਾਡੇ ਕੋਲੋਂ ਆਸ ਕਰਨ ਪੰਜਾਬ ਦੇ ਲੋਕ। ਦੇਖੋ, ਅਸੀਂ ਕੱਲ੍ਹ ਜਦੋਂ ਗ੍ਰਿਫਤਾਰ ਹੋਏ, ਮੈਂ ਤੇ ਮਾਨਯੋਗ ਸ਼੍ਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਸੀਂ ਇੱਕੋ ਹੀ ਕਾਰ ਦੇ ਵਿੱਚ ਸੀਗੇ। ਜਿੱਦਾਂ ਤੁਸੀਂ ਕਹਿੰਦੇ ਹੀ ਸੀਗੇ ਕੱਲ੍ਹ ਬਈ ਆਉਂਦੇ ਹੀ BSP ਵਾਲੇ ਉੱਥੇ ਚਾੜ੍ਹ ਤੇ ਸੇਵਾ ਕਰਾਉਣ ਦੇ ਲਈ। ਇਹਦਾ ਮਤਲਬ ਸੁਣਦੇ ਦੇਖਦੇ ਹੋ ਤੁਸੀਂ? ਹਾਂ, ਨਹੀਂ ਦੇਖੋ, ਜਿਹੜੀ ਚੀਜ਼ ਜਿਹੜੇ ਵੀ, ਮੇਰੇ ਤਾਂ ਪੰਜਾਬੀਆਂ ਨੂੰ ਇਹ ਬੇਨਤੀ ਆ, ਜਿਹੜੇ ਵੀ ਇਹ ਚਾਹੁੰਦੇ ਆ ਕਿ ਰਾਜਨੀਤਿਕ ਤੌਰ 'ਤੇ ਪਰਪੱਕ ਹੋਣਾ, ਤਾਂ ਕੁਛ ਚੈਨਲ ਬੜੇ ਅੱਛੇ ਨੇ, ਉਹਨਾਂ 'ਚ ਪ੍ਰਾਈਮ ਏਸ਼ੀਆ ਅੱਜ ਦੇ ਦਿਨ ਮੈਂ ਇਹਨੂੰ ਕਹਿ ਸਕਦਾ ਇਹ ਮੋਰਲੀ ਕਤਾਰ ਦੇ ਵਿੱਚ ਹੈ। ਧੰਨਵਾਦ ਤੁਹਾਡਾ। ਤਾਂ ਮੈਂ ਸੁਖਬੀਰ ਜੀ ਨਾਲ ਬੇਨਤੀ ਕਰਦਾ ਸੀ, ਮੈਂ ਕਿਹਾ ਜੀ ਆਪਾਂ ਨੂੰ ਇੱਦਾਂ ਆਹ ਮੁੱਦੇ ਆ ਤੇ ਕੀ ਸਟੈਂਡ ਲੈਣਾ। ਤਾਂ ਮਾਨਯੋਗ ਸੁਖਬੀਰ ਜੀ ਵੀ ਇਹ ਗੱਲ ਕਹਿੰਦੇ ਸੀ ਕਿ ਅਸੀਂ ਉਦੋਂ ਸਿੱਟ ਬਣਾਈ ਸੀ, ਉਹ ਫੈਸਲਾ ਜਿਹੜਾ ਆ ਸ਼ਾਇਦ ਉਹ ਰਣਜੀਤ ਕਮਿਸ਼ਨ ਸੀ ਜਾਂ ਕੀ ਸੀ, ਮੇਰੇ ਧਿਆਨ 'ਚ ਨਹੀਂ ਹੈਗਾ ਜੀ। ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ, ਜਸਟਿਸ ਜੋਰਾ ਸਿੰਘ ਕਮਿਸ਼ਨ, ਉਸ ਤੋਂ ਬਾਅਦ ਇਹ ਬਣਿਆ। ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ, ਕੇਸ CBI ਨੂੰ ਸੌਂਪ ਦਿੱਤਾ। ਉੱਥੇ ਇਹਨਾਂ ਨੇ ਕੱਢਿਆ ਕੱਖ ਨਹੀਂ ਹੈਗਾ ਵੀ ਇਹ ਅਸੀਂ ਜਦੋਂ ਵੀ ਸੱਤਾ 'ਚ ਆਏ, ਅਸੀਂ ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ, ਗੁਰੂ ਸਾਹਿਬ ਹੈ, ਗੁਰੂ ਸਾਹਿਬ ਦੀ ਬੇਅਦਬੀ ਦਾ ਬਹੁਤ ਵੱਡਾ ਮਾਮਲਾ ਆ। ਅਸੀਂ ਇਹ ਸਾਰਾ ਹੀ ਜਿਹੜਾ ਹੈਗਾ, ਗੁਰੂ ਸਾਹਿਬ ਤਾਂ ਖੁਦ ਇਨਸਾਫ ਦੇਣੇ ਵਾਲੇ ਆ, ਗੁਰੂ ਸਾਹਿਬ ਨੇ ਤਾਂ ਖੁਦ ਇਨਸਾਫ ਕਰਨੇ, ਲੇਕਿਨ ਅਸੀਂ ਦੋਸ਼ੀਆਂ ਨੂੰ ਜ਼ਰੂਰ ਸਜ਼ਾਵਾਂ ਦਵਾਵਾਂਗੇ ਜੀ। ਅੱਛਾ, ਇੱਕ ਚੀਜ਼ ਹੋਰ ਸਰਦਾਰ ਜਸਬੀਰ ਸਿੰਘ ਜੀ, 4-4.5 ਸਾਲ ਦਾ ਰਾਜ ਤੁਸੀਂ ਦੇਖਿਆ ਕਾਂਗਰਸ ਪਾਰਟੀ ਦਾ। ਇੱਕ ਤਾਂ
ਜਿਹੜਾ ਉਹ ਸਕਾਲਰਸ਼ਿਪ ਵਾਲਾ ਮਾਮਲਾ ਸੀ ਉਸ ਤੋਂ ਪਹਿਲਾਂ ਵੀ ਚੱਲਦਾ ਸੀ, ਇਸ ਰਾਜ 'ਚ ਵੀ ਚੱਲਦਾ ਰਿਹਾ। ਉਹ ਬੜੇ ਵੱਡੇ ਲੈਵਲ ਦੇ ਉੱਪਰ ਜਿਹੜੀ ਆ ਤੁਸੀਂ ਉਹ ਮੁੱਦਾ ਚੁੱਕ ਹੀ ਲਿਆ, ਜਿਸ ਮੁੱਦੇ ਦਾ ਕਰਕੇ ਉੱਥੇ ਸਾਰਾ ਕੁਝ ਰੌਲਾ ਰੱਪਾ ਵੀ ਸੀਗਾ। ਉਦੋਂ ਕਿਵੇਂ ਦੇਖਦੇ ਹੋ ਕਿ ਉਹ ਜਿਹੜੇ ਹੁਣ ਜੇ ਸਰਕਾਰ ਅੱਜ ਮੰਨ ਲਓ ਵੀ ਉਹਨਾਂ ਬੱਚਿਆਂ ਦੇ ਲਈ ਆਖੇ ਵੀ ਅਸੀਂ ਪੈਸੇ ਦੇ ਵੀ ਦਿੰਦੇ ਹਾਂ ਤਾਂ 3-3 4-4 ਸਾਲ ਉਹਨਾਂ ਦੇ ਵਾਪਸ ਆ ਜਾਣਗੇ ਜ਼ਿੰਦਗੀ ਦੇ? ਦੇਖੋ, ਇਹਦੇ ਲਈ ਕਾਂਗਰਸ ਔਰ ਭਾਜਪਾ ਦੋਨੋਂ ਦੋਸ਼ੀ ਆ। ਭਾਰਤੀ ਦੇਖੋ 2017 ਦੇ ਵਿੱਚ ਜਦੋਂ ਇਹ ਮਾਮਲਾ ਆਇਆ ਉਦੋਂ 1650 ਕਰੋੜ ਜਾਂ 1850 ਕਰੋੜ ਰੁਪਈਆ ਇਹ 3 ਸਾਲਾਂ 'ਚ ਸਰਕਾਰ ਨੇ 4 ਸਾਲਾਂ 'ਚ ਬਣਾ ਦਿੱਤਾ, ਜਿਹਨੂੰ ਹੁਣ ਜੁਆਇੰਟ ਕਾਲਜਾਂ ਦੀ ਜਿਹੜੀ ਐਕਸ਼ਨ ਕਮੇਟੀ ਆ ਪਿਛਲੇ ਦਿਨ ਉਹਨਾਂ ਨੇ 1560 ਕਰੋੜ 1549 ਕਰੋੜ ਦਾ ਉਹਨਾਂ ਨੇ ਬਕਾਇਆ ਆਪਣੇ ਬਾਹਰ ਰੱਖਿਆ। ਇਹਨਾਂ ਨੇ ਵਿਦਿਆਰਥੀ ਪੰਜਾਬ ਦਾ ਇਹ ਚਾਹੁੰਦਾ ਆ ਕਿ 100% ਜਿਹੜੀ ਐਜੂਕੇਸ਼ਨ ਆ ਉਹ ਫ੍ਰੀ ਹੋਣੀ ਚਾਹੀਦੀ ਆ, ਔਰ ਬਹੁਜਨ ਸਮਾਜ ਪਾਰਟੀ ਦਾ ਏਜੰਡਾ ਆ ਕਿ ਐਜੂਕੇਸ਼ਨ ਜਿਹੜੀ ਆ ਜਿੱਥੇ 100% ਫ੍ਰੀ ਹੋਣੀ ਚਾਹੀਦੀ ਆ ਉਹਦਾ ਸਟੈਂਡਰਡ ਪੱਧਰ ਵੀ ਇੱਕੋ ਜਿਹਾ ਹੋਣਾ ਚਾਹੀਦਾ ਆ। ਸਾਡੀ ਇਹ ਸੋਚ ਆ, ਸਾਡਾ ਇਹ ਏਜੰਡਾ ਆ। ਲੇਕਿਨ ਪੰਜਾਬ ਦੇ ਵਿੱਚ ਜਿਹੜਾ ਹਲੇ ਅਸੀਂ ਇਹਨੂੰ ਪੂਰਾ ਕਰਨ ਲਈ ਬੜਾ ਦੂਰ ਹੈ, ਕਿਉਂਕਿ ਸਰਕਾਰ ਤੋਂ ਦੂਰ ਹੈ। ਸਰਕਾਰ ਨੇ ਇਹ ਕੰਮ ਕਰਨੇ ਆ, ਤਾਂ ਸਾਡੀ ਇਹ ਸੋਚ ਸੀਗੀ ਕਿ ਜਿਹੜਾ ਸਰਕਾਰਾਂ ਬਕਾਇਆ ਨੂੰ ਤੁਰੰਤ ਜਾਰੀ ਕਰਨ। ਕਾਂਗਰਸੀ ਇਹ ਕਹਿੰਦੇ ਆ, ਕਾਂਗਰਸ ਸਰਕਾਰ ਇਹ ਕਹਿੰਦੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਬਕਾਏ ਜਾਰੀ ਨਹੀਂ ਕੀਤੇ। ਕੇਂਦਰ ਸਰਕਾਰ ਇਹ ਕਹਿੰਦੀ ਆ ਕਿ ਜੀ ਮੋਦੀ ਸਾਹਿਬ ਨੇ 2017 'ਚ ਬੰਦ ਕਰਤੀ ਸੀ ਸਕੀਮ, ਇਸ ਕਰਕੇ ਸਟੇਟ ਸਰਕਾਰ ਨੇ ਚਲਾਈ ਰੱਖੀ ਆ ਤੇ ਸਰਕਾਰ ਬਕਾਏ ਭਰੇ। ਤੇ ਇਹਦੇ ਲਈ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ, ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਦੋਸ਼ੀ ਆ, ਉੱਥੇ ਭਾਰਤੀ ਜਨਤਾ ਪਾਰਟੀ ਦੇ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਸਾਹਿਬ ਵੀ ਦਲਿਤ ਵਿਰੋਧੀ ਫੈਸਲੇ ਲਈ ਦੋਸ਼ੀ ਆ। ਔਰ ਜਿਹੜੀ ਭਾਰਤੀ ਜਨਤਾ ਪਾਰਟੀ ਦਲਿਤ ਦਾ ਸ਼ੋਰ ਮਚਾਉਂਦੀ ਆ, ਅੱਜ ਕਾਂਗਰਸ 'ਚ ਵੀ ਦਲਿਤ ਦਾ ਕੁਰਸੀ ਦਾ ਸ਼ੋਰ ਪੈ ਰਿਹਾ, ਤਾਂ ਮੇਰੀ ਇਹਨਾਂ ਅੱਗੇ ਬੇਨਤੀ ਆ ਵੀ ਕਿਰਪਾ ਕਰਕੇ ਜਿਹੜੇ ਬਕਾਏ ਆ ਉਹ ਤੁਰੰਤ ਜਾਰੀ ਕੀਤੇ ਜਾਣ। ਔਰ ਜਿੱਦਾਂ ਪਾਲਿਸੀ ਪਹਿਲਾਂ ਚੱਲ ਰਹੀ ਸੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੀ, ਦੇਖੋ ਗੁਰੂਆਂ ਦੀ ਧਰਤੀ ਆ ਪੰਜਾਬ, ਗੁਰੂਆਂ ਦਾ ਰੋਜ਼ ਸੰਦੇਸ਼ ਪੜ੍ਹਦੇ ਆ, ਵਿਦਿਆ ਵਿਚਾਰੀ ਤੇ ਪਰਉਪਕਾਰੀ। ਅਸੀਂ ਰੋਜ਼ ਸੰਦੇਸ਼ ਪੜ੍ਹਦੇ ਆ, ਗੁਰ ਪ੍ਰਸ਼ਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵੇ ਮਾਣ। ਅਸੀਂ ਰੋਜ਼ ਬਾਣੀ ਪੜ੍ਹਦੇ ਆ, ਮਾਧੋ ਵਿਦਿਆ ਹਿਤਕੀਨ ਵਿਵੇਕ ਦੀਪ ਅਮਲੀਨ। ਤਾਂ ਗੁਰੂਆਂ ਦਾ ਵੀ ਸੰਦੇਸ਼ ਹੈ, ਇੱਥੇ ਵੱਧ ਤੋਂ ਵੱਧ ਐਜੂਕੇਸ਼ਨ ਹੋਣੀ ਚਾਹੀਦੀ ਆ। ਤੇ ਜੇ ਐਜੂਕੇਸ਼ਨ ਦੇਣਾ ਗੁਰੂਆਂ ਦਾ ਸੁਪਨਾ ਸੀ ਤਾਂ ਐਜੂਕੇਸ਼ਨ ਮੁਫਤ ਕਿਉਂ ਨਹੀਂ ਦਿੱਤੀ ਜਾ ਸਕਦੀ? ਐਜੂਕੇਸ਼ਨ ਸਸਤੀ ਕਿਉਂ ਨਹੀਂ ਮੁਹੱਈਆ ਕਰਾਈ ਜਾ ਸਕਦੀ? ਤਾਂ ਉਹਦੇ ਲਈ ਜਿਹੜਾ ਇਹਨਾਂ ਨੇ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿਦਿਆਰਥੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਮਿਲਦੀ ਕਿਹਨਾਂ ਨੂੰ ਆ? ਲਿਖੋ, ਨੰਬਰ 1 ਸ਼ੈਡਿਊਲ ਕਾਸਟ ਨੂੰ ਮਿਲਦੀ ਆ, ਨੰਬਰ 2 OBC ਬੈਕਵਰਡ ਨੂੰ ਮਿਲਦੀ ਆ, ਨੰਬਰ 3 ਮਾਈਨੋਰਟੀ ਨੂੰ ਮਿਲਦੀ ਆ। ਕੈਲਕੂਲੇਸ਼ਨ ਕਰਿਓ ਪਾਪੂਲੇਸ਼ਨ ਦੇ ਹਿਸਾਬ ਨਾਲ, 35% ਸ਼ੈਡਿਊਲ ਕਾਸਟ ਨੂੰ ਮਿਲਦੀ ਆ, 40% OBC ਨੂੰ ਮਿਲਦੀ ਆ ਔਰ 60% ਮਾਈਨੋਰਟੀ ਨੂੰ ਮਿਲਦੀ ਆ। ਪੰਜਾਬ ਦਾ ਕੁਛ ਭਾਈਚਾਰਾ ਜਿਹੜਾ ਆਰਥਿਕ ਤੌਰ ਤੇ ਅਮੀਰ ਹੈ, ਆਰਥਿਕ ਤੌਰ ਤੇ ਸਿਰਫ ਉਹਨੂੰ ਨਹੀਂ ਮਿਲਦੀ, ਆਰਥਿਕ ਤੌਰ ਤੇ ਲਿਮਟ ਲੱਗੀ ਹੋਈ ਆ। ਆਰਥਿਕ ਤੌਰ ਤੇ ਹਰ ਜਾਤੀ ਦੇ ਗਰੀਬਾਂ ਨੂੰ ਮਿਲਦੀ ਆ, ਹਰ ਜਾਤੀ ਦੇ, ਕਿਸੇ ਜਾਤੀ ਦੇ ਗਰੀਬ। ਬਿਲਕੁਲ। ਤਾਂ ਇਸ ਕਰਕੇ ਇਹ ਬਹੁਤ ਅੱਛੀ ਇਹ ਸਕੀਮ ਸੀ, ਲੇਕਿਨ ਕਾਂਗਰਸ ਔਰ ਭਾਜਪਾ ਨੇ ਰਗੜ ਕੇ ਰੱਖਤਾ ਇਸ ਸਕੀਮ ਨੂੰ। ਬਹੁਜਨ ਸਮਾਜ ਪਾਰਟੀ ਸੱਤਾ ਵਿੱਚ ਆ ਕੇ ਇਸ ਸਕੀਮ ਨੂੰ ਪਹਿਲੇ ਜਿਹੜੇ ਫੈਸਲੇ ਹੋਏਗੀ ਉਹਨਾਂ ਪਹਿਲੇ ਫੈਸਲਿਆਂ ਦੇ ਵਿੱਚ ਮੁੜ ਕੇ ਲਾਗੂ ਕਰੇਗੀ। ਤੁਸੀਂ ਕਿਹਾ ਹੋਣੇ ਕਿ ਵੀ ਕਾਂਗਰਸ ਤੇ ਭਾਜਪਾ ਵਾਲੇ ਹੁਣ ਦਲਿਤ ਦਾ ਸ਼ੋਰ ਮਚਾਉਂਦੇ ਆ। ਦੇਖੋ, ਉਹ ਤੇ ਕਹਿੰਦੇ ਆ ਵੀ BJP ਵਾਲਿਆਂ ਤਾਂ ਕਹਿਤਾ ਵੀ ਸਾਡਾ ਤਾਂ ਮੁੱਖ ਮੰਤਰੀ ਵੀ ਦਲਿਤ ਹੋਏਗਾ। ਕਾਂਗਰਸ ਵਾਲੇ ਮੇਰਾ ਖਿਆਲ ਆ ਵੀ ਸ਼ਾਇਦ ਇੱਕ ਅੱਧੇ ਦਿਨ ਤੱਕ ਐਲਾਨ ਕਰ ਦੇਣ ਵੀ ਜਾਂ ਤਾਂ ਮੁੱਖ ਮੰਤਰੀ ਬਣਾ ਲੈਣ ਜਾਂ ਪ੍ਰਧਾਨ ਬਣਾ ਲੈਣ। ਇਹ ਜਿਹੜਾ ਹੁਣ ਉਹਨਾਂ ਨੇ ਅਚਾਨਕ ਤੋਂ ਦਲਿਤ ਪਿਆਰ ਜਾਂ ਦਲਿਤ ਪ੍ਰੇਮ ਆਪਣਾ ਵਿਖਾਉਣਾ ਸ਼ੁਰੂ ਕੀਤਾ ਜਾਂ ਸ਼ੋਅ ਕਰਨਾ ਸ਼ੁਰੂ ਕੀਤਾ, ਇਹਨੂੰ ਕੋਈ ਰਾਜਨੀਤੀ ਦਾ ਹਿੱਸਾ ਦੇਖਦੇ ਹੋ ਜਾਂ ਅਚਾਨਕ ਕਿਤੇ ਕੋਈ ਚਾਨਣ ਹੋ ਗਿਆ ਕਿਸੇ ਵੇਲੇ? ਨਹੀਂ, ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਟੀਮ ਅਸੀਂ 2 ਸਾਲ ਪਹਿਲਾਂ ਅਸੀਂ ਡਿਵੈਲਪ ਕੀਤੀ, ਉਹਨਾਂ ਦਾ 2 ਸਾਲ ਦਾ ਵਰਕ ਹੈ। ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪਿਛਲੇ 2 ਸਾਲ ਦਾ ਸੀ ਇੱਕ ਵੈਲ ਪਲਾਨਡ ਵਰਕ ਕੀਤਾ ਆ, ਔਰ ਉਸ ਵੈਲ ਪਲਾਨਡ ਵਰਕ ਦੇ ਤਹਿਤ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਗ੍ਰਾਸ ਰੂਟ ਹੈ ਉਹ ਮੁੜ ਕੇ ਕੁਰੰਬਲਾ ਫੁੱਟੇ ਆਈਆਂ, ਉਹ ਮੁੜ ਕੇ ਇੱਕ ਵੱਡਾ ਦਰਖਤ ਬਣਦਾ ਨਜ਼ਰ ਆ ਰਿਹਾ, ਬੂਟਾ ਬਣਦਾ ਨਜ਼ਰ ਆ ਰਿਹਾ ਪੰਜਾਬ ਦੀ ਧਰਤੀ 'ਤੇ। ਉਹ ਬੂਟਾ ਨਿਸਰ ਨਾ ਜਾਵੇ, ਇਸ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਇਹਨਾਂ ਨੇ ਦਲਿਤ ਦੇ ਨਾਂ ਦੇ ਉੱਤੇ ਸਹੂਲਤਾਂ ਦੇਣ ਦੀ, ਕੁਰਸੀ ਦੇਣ ਦੇ ਨਾਂ 'ਤੇ ਸਾਰੀਆਂ ਪਾਰਟੀਆਂ ਨੇ ਲੂਣ ਪਾਉਣ ਦੀ ਕੋਸ਼ਿਸ਼ ਕੀਤੀ ਆ, ਲੱਸੀ ਪਾਉਣ ਦੀ ਕੋਸ਼ਿਸ਼ ਕੀਤੀ ਆ, ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ BSP ਨੂੰ ਕਿਸੇ ਤਰ੍ਹਾਂ ਕਮਜ਼ੋਰ ਕੀਤਾ ਜਾਏ। ਜੇ ਭਾਰਤੀ ਜਨਤਾ ਪਾਰਟੀ ਇੰਨੀ ਸੁਹਿਰਦ ਹੈ ਤਾਂ 14-15 ਸਟੇਟਾਂ 'ਚ ਇਹਨਾਂ ਦੀ ਫੁੱਲ ਮੈਜੋਰਟੀ ਗੌਰਮੈਂਟ ਹੈ, ਤਾਂ 25% ਦੇ ਹਿਸਾਬ ਨਾਲ ਤਾਂ ਉੱਥੇ ਦੀਆਂ 4 ਸਟੇਟਾਂ ਦੇ ਵਿੱਚ ਇਹਨਾਂ ਨੂੰ ਦਲਿਤ CM ਲਾ ਦੇਣਾ ਚਾਹੀਦਾ। ਔਰ ਕਾਂਗਰਸ ਹੈ, ਕਾਂਗਰਸ ਤਾਂ ਮੌਜੂਦਾ ਹੀ ਚੱਲ ਰਹੀ ਹੈ, ਕਾਂਗਰਸ ਤਾਂ ਮੌਜੂਦਾ ਹੀ ਚੱਲ ਰਹੀ ਆ। ਤੇ ਜੇ ਕਾਂਗਰਸ ਇੰਨੀ ਹੀ ਦਲਿਤ ਹਿਤੈਸ਼ੀ ਆ, ਨੰਬਰ 1 ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰ ਦੇ, ਤਦ ਤੱਕ ਕੇਸ ਚੱਲ ਰਿਹਾ।
ਦੂਜਾ ਰਵਨੀਤ ਬਿੱਟੂ ਜੀ ਨੇ, ਜਿਨ੍ਹਾਂ ਨੇ ਦਲਿਤ ਵਿਰੋਧੀ ਐਡਾ ਵੱਡਾ ਬਿਆਨ ਦਿੱਤਾ, ਸਿੱਖ ਵਿਰੋਧੀ ਐਡਾ ਵੱਡਾ ਬਿਆਨ ਦਿੱਤਾ, ਉਹਨਾਂ ਨੂੰ ਤੁਰੰਤ ਕਾਂਗਰਸ ਚੋਂ ਐਕਸਪੈਲ ਕੀਤਾ ਜਾਣਾ ਚਾਹੀਦਾ। ਉਹਨੂੰ ਕਾਰਨ ਦੱਸੋ ਨੋਟਿਸ ਕੱਢੇ ਜਾਣੇ ਚਾਹੀਦੇ ਆ। ਉਹਦੇ ਉੱਤੇ SC ST ਐਕਟ ਦਾ ਪਰਚਾ ਲੱਗਣਾ ਚਾਹੀਦਾ ਆ। ਉਹਦੇ ਤੇ ਸਿੱਖ ਸੈਂਟੀਮੈਂਟ ਨੂੰ ਗਲਤ ਤਰੀਕੇ ਨਾਲ ਪਵਿੱਤਰ ਸ਼੍ਰੀ ਚਮਕੌਰ ਸਾਹਿਬ, ਪਵਿੱਤਰ ਸ਼੍ਰੀ ਅਨੰਦਪੁਰ ਸਾਹਿਬ, ਸਿੱਖ ਸੈਂਟੀਮੈਂਟਸ ਦੇ ਨਾਲ ਖੇਡਣ ਦਾ ਪਰਚਾ ਇਹਨਾਂ ਧਾਰਮਿਕ ਮਾਣਹਾਨੀ ਦਾ ਹੋਣਾ ਚਾਹੀਦਾ ਆ। ਔਰ ਇਹ ਕਿਉਂਕਿ ਕਾਂਗਰਸ ਜਿਹੜੀ ਆ ਇਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਪੋਲੀਟੀਕਲ ਜਿਹੜੀ ਪਾਲਿਸੀ ਆ, ਕਿਸੇ ਤਰ੍ਹਾਂ ਆਪਾਂ ਇਹ ਪੱਗ ਬਚਾਲਣ ਮੁੱਖ ਮੰਤਰੀ ਵਾਲੀ 2022 ਦੇ ਵਿੱਚ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੱਥ ਪੈਰ ਮਾਰ ਰਹੇ ਆ। ਪਰ ਅਸੀਂ ਜਿਸ ਤਰੀਕੇ ਨਾਲ ਲੱਗੇ ਹੋਏ ਆ, ਸਾਨੂੰ ਇਸ ਗੱਲ ਦਾ ਭਰੋਸਾ ਆ ਕਿ ਬਹੁਜਨ ਸਮਾਜ ਪਾਰਟੀ ਨੇ ਕਾਂਗਰਸ ਦੇ ਤਾਂ ਪੈਰ ਚੱਕ ਦਿੱਤੇ ਆ ਇਸ ਮੁੱਦੇ ਦੇ ਉੱਤੇ, ਔਰ ਭਾਰਤੀ ਜਨਤਾ ਪਾਰਟੀ ਦੇ ਤਾਂ ਲੱਗੇ ਹੀ ਕਦੇ ਨਹੀਂ ਹੈਗੇ। ਅੱਛਾ, ਇੱਕ ਗੱਲ ਦੱਸੋ ਸਰਦਾਰ ਜਸਬੀਰ ਸਿੰਘ ਜੀ, ਕਿ ਜੇ ਹੁਣ ਗੱਠਜੋੜ ਹੋ ਗਿਆ ਤੇ ਹੁਣ ਰੋਡ ਮੈਪ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਵਾਕਈ ਬੜੀ ਦੇਰ ਤੋਂ ਉਡੀਕਦੇ ਨੇ ਕਿ ਸਾਡੀ ਵੀ ਕੋਈ ਬਾਂਹ ਫੜੇ, ਉਹਨਾਂ ਦੀ ਬਾਂਹ ਫੜਨ ਦੇ ਲਈ ਕੋਈ ਰੋਡ ਮੈਪ ਕੋਈ, ਕਿਉਂਕਿ ਜੇ ਸਮਝੌਤਾ ਹੋਇਆ ਤੇ ਇਹ ਗੱਲ ਸ਼ੋਰ ਹੈ ਕਿ ਤੁਹਾਡੀ ਚਰਚਾ ਜ਼ਰੂਰ ਹੋਈ ਹੋਏਗੀ ਕਿ ਸਾਡੀਆਂ ਆ ਸ਼ਰਤਾਂ ਨੇ, ਜੇ ਅਸੀਂ ਜੁੜਨਾ, ਜੇ ਕੱਲ੍ਹ ਨੂੰ ਸਰਕਾਰ ਆਉਂਦੀ ਤੇ ਅਸੀਂ ਇਹਨਾਂ ਲੋਕਾਂ ਦੇ ਨਾਲ ਖੜਨਾ ਜੀ, ਬਾਕੀ ਕੰਮ ਬਾਅਦ 'ਚ ਦੇਖੇ ਜਾਣਗੇ। ਇਹ ਨਾ ਹੋਵੇ ਕਿ ਜਿੱਦਾਂ ਪਹਿਲਾਂ ਸੀ ਲੋਕ ਰੋਂਦੇ ਸੀ 16 'ਚ ਕਹਿੰਦੇ ਸਾਨੂੰ ਬਦਲ ਦਿਓ, 17 'ਚ ਸਰਕਾਰ ਬਦਲ ਲਈ, ਆਹ ਬਦਲ ਜੂ ਉਹ ਬਦਲ ਜੂ, ਅੱਜ 2021 'ਚ ਫਿਰ ਉਹਨਾਂ ਚੀਜ਼ਾਂ ਨੂੰ ਹੀ ਰੋਈ ਜਾਂਦੇ। ਤੇ ਇਹ ਨਾ ਹੋਵੇ ਕਿ 2022 'ਚ ਜਿਹਨੂੰ ਬਣਾ ਲੈਣ ਫਿਰ 27 ਤੱਕ ਫਿਰ ਉਹਨਾਂ ਚੀਜ਼ਾਂ ਨੂੰ ਰੋਈ ਜਾਣ। ਮੈਂ ਤਾਂ ਪੁੱਛਿਆ ਵੀ ਕੋਈ ਰੋਡ ਮੈਪ, ਕੋਈ ਪਲਾਨ। ਦੇਖੋ, ਜਿਹੜਾ ਬਹੁਜਨ ਸਮਾਜ ਪਾਰਟੀ ਦਾ ਰੋਡ ਮੈਪ ਹੈ ਉਹਦੇ ਲਈ ਹਲੇ ਆਪਾਂ ਕਾਮਨ ਮਿਨੀਮਮ ਜਿਹੜਾ ਪ੍ਰੋਗਰਾਮ ਹੈ ਉੱਤੇ ਡਿਸਕਸ ਅੰਡਰ ਵਿਚਾਰ ਅਧੀਨ ਹੈ। ਲੇਕਿਨ ਮੈਂ ਆਪਣਾ ਜਿਹੜਾ ਮੈਂ ਦੱਸਾਂਗਾ, ਕਿਸੇ ਵੀ ਸਟੇਟ ਦੀ, ਕਿਸੇ ਵੀ ਸੂਬੇ ਦੀ, ਕਿਸੇ ਕੌਮ ਦੀ, ਕਿਸੇ ਖਿੱਤੇ ਦੀ ਡਿਵੈਲਪਮੈਂਟ ਕਰਨੀ ਹੋਵੇ ਤਾਂ ਜਿਹੜਾ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ ਉਹ ਵਧਣਾ ਚਾਹੀਦਾ ਆ। ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜਾ ਆ ਉਹ ਸਿਹਤ, ਸਿੱਖਿਆ, ਰੁਜ਼ਗਾਰ ਵਧਾਉਂਦਾ ਆ। ਅਤੇ ਕੋਲ ਛੋਟਾ ਜਿਹਾ ਨੇਪਾਲ, ਭੂਟਾਨ ਦੇਸ਼ ਆ, ਇਹਨਾਂ 'ਚੋਂ ਕਿਸੇ ਕੰਟਰੀ ਨੇ ਤਾਂ ਹੈਪੀਨੈਸ ਇੰਡੈਕਸ ਵੀ ਬਣਾਏ ਆ ਕਿ ਸਾਡੇ ਲੋਕ ਕਿੰਨੇ ਖੁਸ਼ਹਾਲ ਹੈ। ਲੇਕਿਨ ਸਾਡੇ ਵਾਲੇ ਭਾਰਤ ਜਿਹੜਾ ਆ ਇਹ ਦੁਖੀ ਇੰਡੈਕਸ 'ਚ ਘੁੰਮ ਰਿਹਾ ਹਲੇ ਸਾਰੀ ਪਾਸੋਂ, ਸਾਰਾ ਪੰਜਾਬ, ਸਾਰੀ ਪੰਜਾਬੀ। ਔਰ ਜੇ ਦੁਖੀ ਨਾ ਹੁੰਦੇ ਤਾਂ ਪੰਜਾਬ, ਪੰਥ, ਪਾਣੀਆਂ, ਇਸ ਧਰਤੀ ਨੂੰ ਛੱਡ ਕੇ ਆਪਾਂ ਵਿਦੇਸ਼ਾਂ ਦੀ ਧਰਤੀ ਨੂੰ ਕਦੀ ਪਲਾਇਨ ਨਾ ਕਰਦੇ, ਕਦੀ ਪਲਾਇਨ ਨਾ ਕਰਦੇ। ਤਾਂ ਇਸ ਕਰਕੇ ਬਹੁਜਨ ਸਮਾਜ ਪਾਰਟੀ ਦਾ ਪਹਿਲਾ ਏਜੰਡਾ ਆ ਕਿ ਸਿਹਤ ਜਿਹੜੀ ਆ ਪੰਜਾਬੀਆਂ ਦੀ ਜਿਹੜੀ ਤੰਦਰੁਸਤ ਹੋਣੀ ਚਾਹੀਦੀ ਆ। ਸਿਹਤ ਦੇਖੋ, ਸਿਹਤ, ਸਿੱਖਿਆ ਅਤੇ ਰੁਜ਼ਗਾਰ। ਔਰ ਪੰਜਾਬ ਇੱਕ ਇੱਦਾਂ ਦਾ ਜਰਖੇਜ਼ ਸੂਬਾ ਆ, ਪਹਾੜ ਇੱਥੇ ਆ, ਪਾਣੀ ਇੱਥੇ ਆ, ਧਰਤੀ ਇੱਥੇ ਆ, ਰੇਤਾ ਇੱਥੇ ਆ, ਹਰ ਚੀਜ਼ ਇੱਥੇ ਆ। ਤਾਂ ਜੇ ਦੁਬਈ ਦੇ ਰੇਤਿਆਂ ਨੂੰ ਪੰਜਾਬੀ ਜਾ ਕੇ ਬਿਲਡਿੰਗਾਂ 'ਚ ਬਦਲ ਸਕਦੇ ਆ, ਜੇ ਪੰਜਾਬ ਦੇ ਪੰਜਾਬੀ ਧੀਆਂ ਪੁੱਤ ਕੈਨੇਡਾ ਦੇ ਜੰਗਲਾਂ ਨੂੰ ਵੱਡੇ ਫਾਰਮਾਂ 'ਚ ਬਦਲ ਸਕਦੇ ਆ, ਦੈਨ ਵਾਈ ਨਾਟ ਇਨ ਪੰਜਾਬ। ਸਾਨੂੰ ਪੰਜਾਬ ਦੇ ਧੀਆਂ ਪੁੱਤਾਂ ਨੂੰ ਮੈਨੇਜ ਕਰਨਾ ਪਏਗਾ ਉਹਨਾਂ ਦੀ ਚੰਗੀ ਸਿਹਤ ਲਈ, ਉਹਨਾਂ ਦੇ ਰੁਜ਼ਗਾਰ ਲਈ, ਉਹਨਾਂ ਦੀ ਸਿੱਖਿਆ ਲਈ। ਔਰ ਜਿਹੜਾ ਸਾਡਾ ਦੂਸਰਾ ਏਜੰਡਾ ਆ ਉਹ ਜਿਹੜਾ ਗੁਰੂ ਸਾਹਿਬਾਂ ਨੇ ਦਿੱਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਲੇਕਿਨ ਆਜ਼ਾਦੀ ਦੇ 74 ਸਾਲਾਂ 'ਚ ਪੰਜਾਬ ਦਾ ਪਾਣੀ, ਪੰਜਾਬ ਦੀ ਧਰਤੀ, ਪੰਜਾਬ ਦੀ ਹਵਾ, ਤਿੰਨੋਂ ਹੀ ਚੀਜ਼ਾਂ ਕਾਂਗਰਸ ਔਰ ਹੋਰ ਪਾਰਟੀਆਂ ਇਹ ਰਾਜ ਕਰਦੇ ਕੋਈ ਬਹੁਤ ਵਧੀਆ ਪਾਲਿਸੀ ਨਹੀਂ ਬਣਾ ਪਾਏ। ਔਰ ਇਹ ਸਾਡੇ ਕੋਲੋਂ ਬੁਰੀ ਤਰ੍ਹਾਂ ਨਾਲ ਇਹ ਸਾਡੇ ਕੋਲੋਂ ਖਤਮ ਹੁੰਦੀਆਂ ਜਾ ਰਹੀਆਂ। ਸਾਡਾ ਇਹ ਏਜੰਡਾ ਆ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਜਿਹੜਾ ਪੰਜਾਬ ਦਾ ਪਾਣੀ ਆ, ਚਾਹੇ ਉਹ ਗਰਾਊਂਡ ਵਾਟਰ ਹੈ, ਚਾਹੇ ਉਹ ਰਿਵਰ ਵਾਟਰ ਹੈ, ਔਰ ਦੂਸਰਾ ਪੰਜਾਬ ਦੀ ਜਿਹੜੀ ਹਵਾ ਆ, ਦੇਖੋ ਬਿਲਕੁਲ ਦਰਖਤ ਕਿੰਨੇ, ਇੱਥੇ ਤਾਂ ਪ੍ਰਸ਼ਾਦੇ ਇੰਨਾ ਤਰੀਕੇ ਨਾਲ ਚੱਲ ਜਾਏ, ਔਰ ਦਰਖਤਾਂ ਦਾ, ਔਰ ਦਰਖਤਾਂ ਨੂੰ ਸਾਂਭਣ ਦੀ ਮੈਨੇਜਮੈਂਟ ਸਰਕਾਰ ਕਰੇ, ਲਾਉਣ ਲੋਕ ਔਰ ਸਾਂਭੇ ਸਰਕਾਰ। ਤਾਂ ਜੀ ਸਰਦਾਰ ਜਸਬੀਰ ਸਿੰਘ ਜੀ, ਇਹ ਗੱਲਾਂ ਮੈਨੂੰ ਤੁਹਾਡੀਆਂ ਬਹੁਤ ਵਧੀਆ ਲੱਗੀਆਂ। ਐਂਡ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਤੁਹਾਡੀ ਲੱਗੀ ਉਹ ਇਹ ਕਿ ਤੁਸੀਂ ਆਟੇ ਦਾਲ ਤੋਂ ਨਹੀਂ ਸ਼ੁਰੂ ਹੋਏ। ਤੁਸੀਂ ਜਿਹੜੀ ਕਿ ਹੁਣ ਤੱਕ ਦੀ ਸਭ ਤੋਂ ਮਾੜੀ ਸਿਆਸਤ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਕਿ ਲੋਕਾਂ ਨੂੰ ਤੁਸੀਂ ਮੰਗਤੇ ਬਣਾ ਦਿਓ, ਕੋਈ ਕਹਿੰਦਾ ਮੈਂ ਆਟਾ ਦੇ ਦੂੰ, ਕੋਈ ਕਹਿੰਦਾ ਦਾਲ ਦੇ ਦੂੰ। ਪਿਛਲੇ ਵਾਲੇ ਚਾਹ ਪੱਤੀ 'ਤੇ ਜਾ ਵੜੀ ਸੀ, ਗਾਂ ਮੈਨੂੰ ਸ਼ੱਕ ਹੈ ਵੀ ਸ਼ਾਇਦ ਬਣੀ ਬਣਾਈ ਆਖਿਆ ਨਾ ਕਰਨ, ਵੀ ਕੇਤਲੀ 'ਚ ਪਾ ਕੇ ਚਾਹ ਵੀ ਖਿਲਾ ਦਿਆ ਕਰਾਂਗੇ। ਇਹ ਜਿੱਧਰ ਨੂੰ ਤੁਰ ਪਿਆ ਕੰਮ, ਇਸ ਸਿਆਸਤ ਨੂੰ ਕਿਵੇਂ ਦੇਖਦੇ ਹੋ ਕਿ ਵੀ ਇਹਦੇ ਨਾਲੋਂ ਚੰਗਾ ਨਹੀਂ ਕਿ ਲੋਕਾਂ ਨੂੰ ਆਪਾਂ ਮਿਹਨਤਕਸ਼ ਬਣਾਈਏ? ਕਿਉਂਕਿ ਪੰਜਾਬੀ ਜੇ ਮਿਹਨਤੀ ਨੇ, ਜਿੱਦਾਂ ਤੁਸੀਂ ਆਪ ਉਦਾਹਰਨ ਦਿੱਤੀ ਕਿ ਜੇ ਵਿਦੇਸ਼ਾਂ 'ਚ ਜਾ ਕੇ ਅਸੀਂ ਮਿਹਨਤ ਕਰ ਸਕਦੇ ਹਾਂ ਤਾਂ ਸਾਡੇ ਕੋਲ ਆਪਣੇ ਘਰ 'ਚ ਕਿਹੜਾ ਹੁੰਦੀ ਨਹੀਂ, ਤੁਸੀਂ ਬੰਦਿਆਂ ਨੂੰ ਕਰਨ ਤਾਂ ਦਿਓ ਸਾਰਾ ਕੁਝ। ਇਸ ਚੀਜ਼ 'ਤੇ ਕੀ ਸਟੈਂਡ ਹੈ? ਕਿਉਂਕਿ ਇਹ ਬੜੀ ਦੇਰ ਤੋਂ ਇਸ ਚੀਜ਼ ਦੀ ਸਿਆਸਤ ਚੱਲਦੀ ਆ। ਦੇਖੋ ਜੀ, ਅਸੀਂ ਗਰੀਬਾਂ ਲਈ ਕਰਦੇ ਸੀ, ਫਲਾਨਾ ਨਹੀਂ ਕਰਨ ਦਿੰਦਾ, ਅਸੀਂ ਕੀਤਾ, ਫਲਾਨਾ ਖਾ ਗਿਆ। ਉਹ ਗਰੀਬ ਨੂੰ ਤੁਸੀਂ ਯਾਰ ਉੱਪਰ ਤਾਂ ਉਠਾ ਲਓ। ਤੁਸੀਂ ਆ ਬਹੁਤ ਵਧੀਆ ਗੱਲ ਕੀਤੀ ਵੀ ਤੁਸੀਂ ਉਸ ਸਿਆਸਤ 'ਤੇ ਨਹੀਂ ਆਏ। ਇਹਦੇ 'ਤੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਹਨੂੰ ਛੱਡ ਰਿਹਾ ਹਾਂ, ਕਿਉਂਕਿ ਸੋਸ਼ਲ ਸਿਕਿਉਰਿਟੀ ਜਿਹੜਾ ਆ ਉਹ ਸਰਕਾਰ ਦਾ, ਗੌਰਮੈਂਟ ਦਾ ਇੱਕ ਪਾਰਟ ਹੈ।
ਸੋਸ਼ਲ ਸਿਕਿਉਰਿਟੀ। ਉਹ ਤਾਂ ਤੁਸੀਂ ਕੈਨੇਡਾ 'ਚ ਹੈ, ਆਸਟ੍ਰੇਲੀਆ 'ਚ ਹੈ, ਉੱਥੇ ਵੀ ਪਰਿਵਾਰਾਂ ਨੂੰ ਕਿਸੇ ਨੂੰ ਡੋਲ ਦੇ ਰੂਪ ਵਿੱਚ ਮਿਲਦੀ ਆ, ਕਿਸੇ ਨੂੰ ਹੈਲਥ ਸਿਕਿਉਰਿਟੀ ਦੇ, ਕਿਸੇ ਨੂੰ ਹਰ ਕੰਟਰੀ ਆਪਣੇ ਸਿਟੀਜ਼ਨ ਨੂੰ ਸੋਸ਼ਲ ਸਿਕਿਉਰਿਟੀ ਦਿੰਦੀ ਆ। ਲੇਕਿਨ ਸਾਡਾ ਏਜੰਡਾ ਇਹ ਆ, ਸੋਸ਼ਲ ਸਿਕਿਉਰਿਟੀ ਤਾਂ ਹਰ ਇੱਕ ਨੂੰ ਮਿਲੇਗੀ, ਲੇਕਿਨ ਕੋਈ ਸੋਸ਼ਲ ਸਿਕਿਉਰਿਟੀ ਦੇਣ ਦੇ ਸਾਧਨ ਕਿੱਥੋਂ ਲਿਆਣੇ ਆ? ਸੋਸ਼ਲ ਸਿਕਿਉਰਿਟੀ ਹੁਣ ਚਾਈਨਾ ਸਾਡੇ ਕੋਲ ਐਗਜ਼ਾਮਪਲ ਹੈ, ਮੈਨੂਫੈਕਚਰਿੰਗ ਵਰਲਡ ਦੀ ਮੈਨੂਫੈਕਚਰਿੰਗ ਹੱਬ ਹੈ ਜੀ। ਔਰ ਕੋਈ ਕੰਟਰੀ ਇੱਦਾਂ ਦੀ ਨਹੀਂ, ਕੋਈ ਮਹੱਲਾ ਇੱਦਾਂ ਦਾ ਨਹੀਂ, ਕੋਈ ਘਰ ਇੱਦਾਂ ਦਾ ਨਹੀਂ ਜਿੱਥੇ ਚਾਈਨਾ ਦਾ ਬਣਿਆ ਮੈਨੂਫੈਕਚਰ ਸਮਾਨ ਕਿਸੇ ਦੇ ਘਰ 'ਚ ਨਾ ਹੋਵੇ। ਔਰ ਪੰਜਾਬ ਜਿਹੜਾ ਆ, ਮੈਨੂੰ ਇੱਦਾਂ ਲੱਗਦਾ ਕਿ ਪੰਜਾਬ ਫੂਡ ਇੰਡਸਟਰੀ ਦੀ ਮੈਨੂਫੈਕਚਰਿੰਗ ਹੱਬ ਬਣ ਸਕਦਾ ਆ। ਇੱਥੇ ਕਣਕ, ਇੱਥੇ ਮੱਕੀ, ਇੱਥੇ ਝੋਨਾ, ਇੱਥੇ ਹੋਰ ਫਸਲਾਂ, 130 ਕਰੋੜ ਢਿੱਡ ਹੈ ਇੰਡੀਆ ਦੇ। ਮੈਂ ਕਹਿੰਦਾ ਵੀ ਇਹ ਸਾਡੇ ਤੇ ਸਟੈਂਡਰਡ ਲੱਗ ਜਾਂਦਾ ਆ ਵੀ ਫਸਲ ਜਿਹੜੀ ਆ ਇਹ ਸਬ ਸਟੈਂਡਰਡ ਹੈ। ਫਸਲ ਦੇ ਵਿੱਚ ਜਦੋਂ ਚੈੱਕ ਕਰਦੇ ਆ ਲੈਬੋਰਟਰੀ 'ਚ ਖਾਦਾਂ ਆ ਗਈਆਂ, ਇਹ 'ਚ ਦਵਾਈਆਂ ਆ ਗਈਆਂ, ਲੇਕਿਨ ਇੰਡੀਆ ਦੀ ਬਾਉਂਡਰੀ 'ਚ ਤਾਂ ਕੋਈ ਖਾਦਾਂ ਦਵਾਈਆਂ ਚੈੱਕ ਨਹੀਂ ਕਰਦਾ। 130 ਕਰੋੜ ਢਿੱਡਾਂ ਤੱਕ ਤਾਂ ਤੁਸੀਂ ਉਹ ਪਹੁੰਚਾ ਸਕਦੇ ਆ। ਤਾਂ ਇਸ ਕਰਕੇ ਜੇ ਆਪਾਂ ਇੱਥੇ ਪੰਜਾਬ ਦਾ ਤਾਂ ਹਰ ਘਰ ਇੰਡਸਟਰੀ ਦੀ ਤਰ੍ਹਾਂ ਡਿਵੈਲਪ ਕਰਨਾ ਮੇਰੀ ਸੋਚ ਵਿੱਚ ਹੈ, ਸਾਡੀ ਸੋਚ ਵਿੱਚ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਨੂੰ ਇੱਦਾਂ ਦੇ ਹੀ ਹੱਬ ਡਿਵੈਲਪ ਕਰੀਏ ਕਿ ਸੰਧਾਵਾਲੀਆ ਸਾਹਿਬ ਇਹ ਸਾਰੇ ਹੀ ਮੁੜ ਕੇ ਇੱਧਰ ਨੂੰ ਆ ਜਾਣ। ਅੱਛਾ ਸਰਦਾਰ ਜਸਵੀਰ ਸਿੰਘ ਜੀ, ਇਹ ਗੱਲ ਤੁਸੀਂ ਕਿਹਾ ਨਾ ਕਿ ਮੇਰੇ ਮਨ 'ਚ ਹੈ ਕਿ ਵੀ ਪੰਜਾਬ ਨੂੰ ਆਪਾਂ ਇਸ ਤਰ੍ਹਾਂ ਖਾਣ ਪੀਣ ਦੇ ਹਿਸਾਬ ਨਾਲ ਮੈਨੂਫੈਕਚਰਿੰਗ ਹੱਬ ਬਣਾ ਲਈਏ। ਇਹ ਲੱਗਦਾ ਤੁਹਾਡੇ ਤੋਂ ਪਹਿਲਾਂ ਜਿਨ੍ਹਾਂ ਨੇ ਸੋਚਿਆ ਸੀ ਉਹਨਾਂ ਨੇ ਉੱਪਰੋਂ ਗਾਟੀਰ ਲਾ ਕੇ ਉਹ ਕਾਨੂੰਨ ਵਾਲਾ ਕੰਮ ਕਰਵਾ ਵੀ ਲਿਆ, ਇਸੇ ਕਰਕੇ ਤੇ ਲੱਖਾਂ ਬੰਦੇ ਉੱਥੇ ਬਾਰਡਰਾਂ 'ਤੇ ਬੈਠੇ ਆ। ਇਹ ਜਿੱਧਰ ਨੂੰ ਤੁਰ ਪਿਆ ਇਸ ਵਕਤ ਇਹ ਸਾਰਾ ਕੁਛ, ਉਹਦੇ 'ਚ ਖੇਤੀ ਅੰਦੋਲਨ ਬਾਰੇ ਆਪਣੀ ਪਾਰਟੀ ਦਾ ਸਟੈਂਡ ਉਹ ਵੀ ਕਲੀਅਰ ਕਰ ਦਿਓ, ਕਿਉਂਕਿ ਹੁਣ ਯੂਪੀ 'ਚ ਵੀ ਇਲੈਕਸ਼ਨਾਂ ਨਾਲ ਹੀ ਹੋਣੀਆਂ ਤੇ ਉੱਥੇ ਵੀ ਇਹ ਕੰਮ ਚੱਲ ਪਿਆ। ਖੇਤੀ ਅੰਦੋਲਨ ਬਹੁਜਨ ਸਮਾਜ ਪਾਰਟੀ ਦੇ ਏਜੰਡੇ 'ਚ ਮੁੱਖ ਅੰਦੋਲਨ ਹੈ। ਇਹਦੀ ਸ਼ੁਰੂਆਤ 14 ਸਤੰਬਰ ਨੂੰ ਕਾਂਗਰਸ ਜਮਾਤ ਨੇ ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਭਾਰਤੀ ਜਨਤਾ ਪਾਰਟੀ ਨੇ ਇੱਕ ਐਲਾਨ ਕੀਤਾ ਸੀ ਕਿ ਬੰਦ ਹੋਣ ਜਾ ਰਹੀ ਆ। ਅਸੀਂ ਸੜਕਾਂ 'ਤੇ ਉਤਰੇ 14 ਸਤੰਬਰ 2000 ਆ ਜਿਹੜਾ ਪਿਛਲਾ ਸਾਲ 20 ਲੰਘ ਗਿਆ। 18 ਸਤੰਬਰ 2000 ਅਸੀਂ 13 ਵੱਡੀਆਂ ਪ੍ਰੋਗਰਾਮ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਲੀਕੇ। ਪਹਿਲਾ ਪ੍ਰੋਗਰਾਮ ਅਸੀਂ ਫਗਵਾੜੇ ਕੀਤਾ, ਲੇਕਿਨ ਜਦੋਂ ਦੂਜਾ ਪ੍ਰੋਗਰਾਮ ਸਾਡਾ ਕਰਨਾ ਸੀ ਹੁਸ਼ਿਆਰਪੁਰ, ਤਾਂ ਕਿਸਾਨ ਅੰਦੋਲਨ ਚੱਲ ਪਿਆ, ਕਿਸਾਨੀ ਬਿੱਲ ਆ ਗਏ। ਔਰ ਕਿਸਾਨੀ ਬਿੱਲਾਂ ਨੂੰ ਜਦੋਂ ਆਇਆ ਤਾਂ ਅਸੀਂ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਰਾਸ਼ਟਰੀ ਪ੍ਰਧਾਨ ਹੈ ਬਹੁਜਨ ਸਮਾਜ ਪਾਰਟੀ ਦੇ, ਅਸੀਂ ਉਹਨਾਂ ਨਾਲ ਪੁੱਛਿਆ ਵੀ ਸਾਡਾ ਕੀ ਸਿਧਾਂਤ ਹੈ। ਤਾਂ ਭੈਣ ਜੀ ਨੇ ਇਹ ਗੱਲ ਕਹੀ ਕਿ ਜਿਹੜਾ ਕਿਸਾਨ ਹੈ ਉਹ ਬਹੁਜਨ ਸਮਾਜ ਦਾ ਅੰਗ ਹੈ। ਕਿਸਾਨ ਵੀ ਜਿੱਦਾਂ ਮਜ਼ਦੂਰ ਕੁਚਲਿਆ ਜਾ ਰਿਹਾ, ਇਸ ਦੇਸ਼ 'ਚ ਕਿਸਾਨ ਕੁਚਲਿਆ ਜਾ ਰਿਹਾ, ਬਹੁਜਨ ਸਮਾਜ ਪਾਰਟੀ ਕਿਸਾਨਾਂ ਨਾਲ ਖੜੇਗੀ। ਅਸੀਂ ਪੰਜਾਬ ਦੀ ਧਰਤੀ 'ਤੇ ਨਾਰਾ ਲਾਇਆ ਕਿ ਕਿਸਾਨੋਂ ਕੇ ਸਨਮਾਨ ਮੇਂ BSP ਮੈਦਾਨ ਮੇਂ ਹੁਸ਼ਿਆਰਪੁਰ। ਔਰ ਉਸ ਤੋਂ ਬਾਅਦ ਅਸੀਂ 13 ਵੱਡੀਆਂ ਰੈਲੀਆਂ ਪੰਜਾਬ 'ਚ ਕੀਤੀਆਂ। ਔਰ ਹਰ ਰੈਲੀ ਦੇ ਵਿੱਚ ਜਿੱਥੇ ਅਸੀਂ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ, ਉੱਥੇ ਅਸੀਂ ਕਿਸਾਨਾਂ ਦਾ ਮੁੱਦਾ ਚੁੱਕਿਆ। ਔਰ ਭੈਣ ਕੁਮਾਰੀ ਮਾਇਆਵਤੀ ਜੀ ਬਹੁਜਨ ਸਮਾਜ ਪਾਰਟੀ ਕੋਲ 14 ਮੈਂਬਰ ਪਾਰਲੀਮੈਂਟ ਹੈ, 10 ਲੋਕ ਸਭਾ, 4 ਰਾਜ ਸਭਾ। 14 ਦੇ 14 ਮੈਂਬਰ ਪਾਰਲੀਮੈਂਟਾਂ ਨੇ ਲੋਕ ਸਭਾ ਔਰ ਰਾਜ ਸਭਾ ਕਿਸਾਨਾਂ ਦੇ ਹੱਕ ਵਿੱਚ ਔਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਖੜੇ ਹੋਏ। ਔਰ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦੀ ਲਗਾਤਾਰ ਜਿਹੜੇ ਬਿਆਨ ਹੈ, ਜਿਹਨੂੰ ਮਨੂਵਾਦੀ ਮੀਡੀਆ ਜਾਤੀਵਾਦੀ ਮਾਨਸਿਕਤਾ ਤਹਿਤ ਕਦੀ ਪਬਲਿਸ਼ ਨਹੀਂ ਕਰਦਾ, ਅਤੇ ਉਹ ਅੱਜ ਵੀ ਇਤਿਹਾਸ ਹੈ ਸਾਡੀਆਂ ਸੋਸ਼ਲ ਮੀਡੀਆ ਦੇ ਉੱਤੇ। ਔਰ ਅਸੀਂ 31 ਦਸੰਬਰ ਦੀ ਜਿਹੜੀ ਰਾਤ ਸੀ, 1 ਜਨਵਰੀ ਦਾ ਦਿਨ ਸੀ, ਅਸੀਂ ਨਾਅਰਾ ਲਾਇਆ ਨਵਾਂ ਸਾਲ ਕਿਸਾਨਾਂ ਨਾਲ। ਅਸੀਂ ਪੰਜਾਬ 'ਚੋਂ ਹਜ਼ਾਰਾਂ ਲੋਕ ਵੱਡੇ ਲਸ਼ਕਰ ਦੇ ਨਾਲ ਖੁਦ ਨੀਲੇ ਝੰਡਿਆਂ ਥੱਲੇ, ਇੱਕੋ ਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਜਿਹੜੀ ਕਿਸਾਨ ਅੰਦੋਲਨ 'ਚ ਨੀਲੇ ਝੰਡੇ ਹਾਥੀ ਵਾਲਿਆਂ ਨਾਲ ਸ਼ਾਮਲ ਹੋਈ। 31 ਦਸੰਬਰ ਦੀ ਰਾਤ ਨੂੰ ਹਜ਼ਾਰਾਂ ਲੋਕਾਂ ਦੇ ਲਸ਼ਕਰ ਨਾਲ ਅਸੀਂ ਉਹ ਰਾਤ, ਆਖਰੀ ਰਾਤ ਔਰ ਨਵਾਂ ਦਿਨ ਅਸੀਂ ਕਿਸਾਨਾਂ ਦੇ ਨਾਲ ਕੱਟਿਆ ਉੱਥੇ ਸ਼ੰਭੂ ਬਾਰਡਰ 'ਤੇ। ਔਰ ਅਸੀਂ ਹਰ ਦਿਨ ਜਦੋਂ ਚਾਹੇ ਉਹਨਾਂ ਦੀ ਕੋਈ 26 ਮਈ ਆਉਂਦੀ ਆ, ਚਾਹੇ ਕਾਲੇ ਝੰਡੇ ਲਾਉਣ ਦਾ ਪ੍ਰੋਗਰਾਮ ਆਉਂਦਾ ਆ, ਹਰ ਪ੍ਰੋਗਰਾਮ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਜਿਹੜੀ ਸਾਡਾ ਇਹ ਕਹਿਣਾ ਹੈ ਇਸ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਨੂੰ, ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਕਿਸਾਨਾਂ ਤੋਂ ਇੱਕ ਫੋਨ ਕਾਲ ਦੀ ਦੂਰੀ 'ਤੇ ਹਾਂ। ਦੁੱਖ ਦੀ ਗੱਲ ਇਹ ਆ 26 ਜਨਵਰੀ ਤੋਂ ਬਾਅਦ ਅੱਜ 26 ਜੂਨ ਆਉਣ ਲੱਗਾ, ਮੁੜ ਕੇ 6 ਮਹੀਨੇ ਪੂਰੇ ਹੋ ਜਾਣੇ ਆ, ਇਹਨਾਂ ਤੋਂ ਇੱਕ ਫੋਨ ਕਾਲ ਦੀ ਦੂਰੀ ਨਹੀਂ ਪੂਰੀ ਹੋਈ। ਜਿਹੜਾ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਸੰਸਾਰ ਦੇ ਜਹਾਜ਼ਾਂ 'ਚ ਘੁੰਮ ਕੇ ਹਜ਼ਾਰਾਂ ਕਰੋੜ ਰੁਪਈਆ ਦੂਜੇ ਦੇਸ਼ਾਂ ਤੱਕ ਪਹੁੰਚ ਕਰ ਸਕਦਾ, ਉਹ ਪ੍ਰਧਾਨ ਮੰਤਰੀ ਪਾਰਲੀਮੈਂਟ 'ਚੋਂ ਨਿਕਲ ਕੇ ਸ਼ੰਭੂ ਬਾਰਡਰ 'ਤੇ ਨਹੀਂ ਪਹੁੰਚ ਸਕਿਆ। ਜੀ
ਸਰਦਾਰ ਜਸਬੀਰ ਸਿੰਘ ਜੀ, ਮੈਂ ਕੋਈ ਸਵਾਲ ਪੁੱਛਣਾ ਭੁੱਲ ਗਿਆ ਹੋਵਾਂ, ਤੁਸੀਂ ਕੋਈ ਗੱਲ ਆਪਣੇ ਵੱਲੋਂ ਕਲੀਅਰ ਕਰਨੀ ਚਾਹੋ, ਕਿਉਂਕਿ ਇਸ ਪਲੇਟਫਾਰਮ ਤੋਂ ਅਸੀਂ ਹਰੇਕ ਨੂੰ ਮੌਕਾ ਦਿੰਦੇ ਹਾਂ ਕਿ ਆਪਣੀ ਗੱਲ ਜ਼ਰੂਰ ਤੁਸੀਂ ਪਹੁੰਚਾਓ, ਤਾਂ ਜੋ ਹਰ ਬੰਦੇ ਦੀ ਗੱਲ ਜਿਹੜੀ ਉਹ ਪਹੁੰਚਣੀ ਚਾਹੀਦੀ ਹੈ ਲੋਕਾਂ ਤੱਕ। ਜ਼ਰੂਰ ਕਹੋ ਜੀ। ਦੇਖੋ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਕੰਟਰੋਲ ਦੇ ਰੂਪ ਦੇ ਵਿੱਚ ਉੱਭਰੀ ਆ, ਔਰ ਇਸ ਕੰਟਰੋਲ ਦੇ ਵਿੱਚ ਅਸੀਂ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ। 2016 ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅਹਿਦ ਲਿਆ ਸੀ। ਉਹ ਅੱਜ ਤੱਕ ਪੂਰਾ ਨਹੀਂ ਹੋਇਆ। ਕਾਂਗਰਸ ਜਮਾਤ ਨੇ ਪੂਰਾ ਕਰਨਾ ਸੀ, ਕਿਉਂਕਿ ਉਹ 'ਤੇ ਅਗਲੇ ਮਹੀਨੇ ਚੋਣ ਜਾਬਤਾ ਲੱਗ ਗਿਆ ਸੀ। ਬਹੁਜਨ ਸਮਾਜ ਪਾਰਟੀ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਭਰੋਸਾ ਦਿੰਦੀ ਆ, ਅਸੀਂ ਤੁਹਾਨੂੰ ਪੱਕੇ ਕਰਾਂਗੇ, ਰੈਗੂਲਰ ਹੈ, ਕੰਟੈਕਟ ਹੈ, ਕਿਸੇ ਰੂਪ ਦੇ ਵਿੱਚ ਹੈ। ਸਫਾਈ ਕਰਮਚਾਰੀ, ਕੱਲ੍ਹ ਟੀਚਰ ਕੁੱਟੇ ਗਏ। ਮਤਲਬ ਦੇਖੋ ਨਾ, ਵਿੱਦਿਆ ਵਿਚਾਰੀ ਪਰਉਪਕਾਰੀ, ਲੇਕਿਨ ਉਹ ਵਿੱਦਿਆ ਦੇਣੇ ਵਾਲੇ ਕੁੱਟ ਤੇ ਟੈਂਕੀਆਂ ਤੇ ਚੜ੍ਹਦੇ ਆ, ਭਾਖੜਾ ਨਹਿਰਾਂ ਤੇ ਛਾਲਾਂ ਮਾਰਦੇ ਆ। ਔਰ ਪੰਜਾਬ ਦੇ ਵਿੱਚ ਜਿੰਨੇ ਸੋਸ਼ਲ ਸਿਕਿਉਰਿਟੀ ਦੇ ਸਬਜੈਕਟ ਨੇ, ਜਿਹੜੇ ਚੋਣ ਮੈਨੀਫੈਸਟੋ 'ਚ ਵਾਅਦੇ ਕਾਂਗਰਸ ਨੇ ਕੀਤੇ ਸੀ, ਅੱਜ ਤੱਕ ਪੂਰੇ ਨਹੀਂ ਕਰ ਪਾਈ। ਚਾਹੇ ਉਹ ਬੁਢਾਪਾ ਪੈਨਸ਼ਨ ਹੈ, ਵਿਧਵਾ ਪੈਨਸ਼ਨ ਹੈ, ਬੇਰੁਜ਼ਗਾਰੀ ਦਾ ਮੁੱਦਾ ਆ, ਨਵੀਆਂ ਸੈਂਕਸ਼ਨ ਪੋਸਟਾਂ ਬਹੁਤ ਸਾਰੀਆਂ ਆ ਲੇਕਿਨ ਖਾਲੀ ਪਈਆਂ ਆ, ਉਹਨਾਂ ਸਾਰਿਆਂ ਨੂੰ ਭਰਨ ਦਾ ਅਹਿਦ BSP ਕੰਟਰੋਲਿੰਗ ਪਾਰਟੀ ਆ। ਪੰਜਾਬੀਆਂ ਨੂੰ ਬੇਨਤੀ ਕਰਦੇ ਆ, ਭਰੋਸਾ ਕਰਿਓ, ਤੁਹਾਡੀ ਲੜਾਈ ਆਜ਼ਾਦੀ ਦੇ 74 ਸਾਲਾਂ 'ਚ ਨਾ ਕਿਸੇ ਨੇ ਲੜੀ ਆ। ਜੇ ਲੜੀ ਆ ਤਾਂ ਪੂਰੀ ਨਹੀਂ ਕੀਤੀ। ਅਸੀਂ ਤੁਹਾਡੀ ਲੜਾਈ ਪੂਰੀ ਕਰਾਉਣ ਲਈ ਲੜਾਂਗੇ। ਸਰਕਾਰ ਦਾ ਕੁੰਡਾ, ਸਰਕਾਰ ਦਾ ਕੰਟਰੋਲ ਬਹੁਜਨ ਸਮਾਜ ਪਾਰਟੀ ਆਪਣੇ ਹੱਥਾਂ 'ਚ ਲਏਗੀ, ਔਰ ਇਸ ਵਾਰੀ ਅਸੀਂ ਸੱਤਾ 'ਚ ਵੜਨ ਜਾ ਰਹੇ ਹਾਂ। ਅਸੀਂ ਤੁਹਾਡੀ ਲੜਾਈ, ਤੁਹਾਡੀਆਂ ਮੰਗਾਂ, ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰਾਵਾਂਗੇ। ਜੀ ਧੰਨਵਾਦ। ਸਰਦਾਰ ਜਸਬੀਰ ਸਿੰਘ ਜੀ, ਤੁਸੀਂ ਸਮਾਂ ਕੱਢਿਆ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ। ਧੰਨਵਾਦ ਸੰਧਵਾਲੀਆ ਸਾਹਿਬ, ਥੈਂਕ ਯੂ। ਸੋ ਇਹ ਸਨ ਜੀ ਸਰਦਾਰ ਜਸਬੀਰ ਸਿੰਘ ਜੀ ਗੜੀ, ਤੇ ਆਪਣੇ ਵੱਲੋਂ ਉਹਨਾਂ ਨੇ ਆਪਣੀ ਪਾਰਟੀ ਦਾ ਸਟੈਂਡ ਵੀ ਕਲੀਅਰ ਕਰ ਦਿੱਤਾ, ਕਿਉਂ ਗੱਠਜੋੜ ਕੀਤਾ ਉਹ ਵੀ ਕਲੀਅਰ ਕਰ ਦਿੱਤਾ, ਗਾਂਹ ਉਹ ਕੀ ਸੋਚਦੇ ਨੇ ਪੰਜਾਬ ਬਾਰੇ ਇਹ ਵੀ ਦੱਸ ਦਿੱਤਾ। ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਜੀ ਕਿ ਵੀ ਉਹਨਾਂ ਨੇ ਕਿਸ ਗੱਲ ਨੂੰ ਕਿਵੇਂ ਦੇਖਣਾ ਹੈ। ਸਾਡੇ ਵੱਲੋਂ ਇਹ ਪਲੇਟਫਾਰਮ ਹਰੇਕ ਪਾਰਟੀ ਦੇ ਲਈ ਖੁੱਲ੍ਹਾ ਹੈ। ਅਗਲੀ ਵਾਰ ਕਿਸੇ ਹੋਰ ਪੋਲੀਟੀਕਲ ਸ਼ਖਸੀਅਤ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗਾ। ਤਦ ਤੱਕ ਲਈ ਇਜਾਜ਼ਤ ਦਿਓ ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।